ਚੌਪਈ। ਧਨੀ ਨਿਰਧਨੀ ਆਤਮ ਧਨ ਪ੍ਰਾਪਤ ਸੋ ਧਨੀ। ਬਿਨ ਆਤਮ ਪਾਏ ਨਿਰਧਨੀ। ਨਿਸ਼ਕਾਮਤਾ ਜਗਿਆਸੀ ਨਰ ਚਾਹੇ ਜੋਸ਼ੇ। ਊਤਮ ਕਰੇ ਊਤਮ ਕਰਮ ਕਰੇ ਹਿਤ ਦੇ। ਨੈ ਅਬਿਲਾਖਾ ਫਲ ਕੀ ਕਰੇ। ਹੋਏ ਨਿਸ਼ਕਾਮ ਬਿਤ ਦਿੜ ਧਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਆਪ ਦੇ ਜੀਵਨ ਦੀਆਂ ਘੜੀਆਂ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਸਰਵਣ ਕਰ ਰਹੇ ਹੋ। ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਖਾਲਸੇ ਪੰਥ ਨੂੰ ਉਪਦੇਸ਼ ਦੇ ਰਹੇ ਨੇ। ਸੂਖਸ਼ਮ ਵਿਚਾਰਾਂ ਵੀ ਚੱਲ ਰਹੀਆਂ ਨੇ ਨਾਲ ਨਾਲ, ਔਰ ਨਾਲ ਨਾਲ ਵਿਚਾਰਾਂ ਚੱਲ ਰਹੀਆਂ ਨੇ ਰੋਗੀ ਕੌਣ ਹੈ, ਅਰੋਗੀ ਕੌਣ ਹੈ ਜਿਹੜਾ ਰੋਗ ਤੋਂ ਰਹਿਤ ਹੈ। ਪੰਡਤ ਦੀ ਕੀ ਪਰਿਭਾਸ਼ਾ ਹੈ, ਪੰਡਤ ਕਿਸ ਨੂੰ ਕਹਿੰਦੇ ਨੇ, ਗਿਆਨੀ ਕੌਣ ਹੈ, ਅਗਿਆਨੀ ਕੌਣ ਹੈ। ਇਹ ਸਾਰੀਆਂ ਵਿਚਾਰਾਂ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਦੱਸ ਰਹੇ ਨੇ। ਅੱਜ ਦੀ ਕਥਾ ਵਿੱਚ ਪ੍ਰਾਰੰਭ ਕਰਦਿਆਂ ਦੱਸਣ ਲੱਗੇ ਨੇ ਕਿ ਧਨੀ ਕੌਣ ਹੈ ਔਰ ਨਿਰਧਨੀ ਕੌਣ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ ਔਰ ਆਪਣੇ ਧਿਆਨ ਵਿੱਚ, ਆਪਣੀ ਸਿਮਰਤੀ ਵਿੱਚ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਲਿਆਈਏ ਔਰ ਆਪਣੀ ਹਾਜ਼ਰੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਧਨੀ ਨਿਰਧਨੀ ਆਤਮ ਧਨ ਪ੍ਰਾਪਤ ਸੋ ਧਨੀ। ਹੁਣ ਧਨੀ ਕੌਣ ਹੈ ਦੱਸਣ ਲੱਗੇ ਨੇ। ਧਨੀ ਦਾ ਮਤਲਬ ਹੁੰਦਾ ਧਨ ਵਾਲਾ, ਧਨਵਾਨ। ਆਮ ਕਰਕੇ ਸੰਸਾਰ ਵਿੱਚ ਤਾਂ ਧਨੀ ਉਹਨੂੰ ਕਿਹਾ ਜਾਂਦਾ ਜਿਹਦੇ ਕੋਲ ਦੁਨਿਆਵੀ ਪੈਸਾ ਸੰਪਦਾ ਵਿਭੂਤੀ ਹੋਵੇ। ਇਹ ਬੰਦਾ ਬੜਾ ਅਮੀਰ ਹੈ, ਇਹਦੇ ਕੋਲ ਬੜੀ ਜਾਇਦਾਦ ਹੈ, ਬੜੀ ਜ਼ਮੀਨ ਹੈ, ਇਹਦੇ ਕੋਲ ਪੈਸਾ ਬਹੁਤ ਹੈ, ਕਹਿੰਦੇ ਜੀ ਇਹ ਧਨੀ ਪੁਰਸ਼ ਹੈ। ਪਰ ਧਾਰਮਿਕ ਦ੍ਰਿਸ਼ਟੀ ਵਿੱਚ ਇਹੋ ਜਿਹੇ ਵਿਅਕਤੀ ਨੂੰ ਜਿਹਦੇ ਕੋਲ ਕੇਵਲ ਦੁਨਿਆਵੀ ਧਨ ਹੈ ਪਰ ਉਦਾਰਤਾ ਨਹੀਂ ਹੈ, ਉਹਨੂੰ ਗੁਰਦੇਵ ਨੇ ਕੇਵਲ ਉਸ ਧਨ ਦਾ ਰਖਵਾਲਾ ਕਿਹਾ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਸ਼ੂਮਤਾਈ ਦੀ ਬਿਰਤੀ ਰੱਖਣੇ ਵਾਲਾ ਮਨੁੱਖ ਕੰਗਲਾ ਹੈ। ਅਸਲ ਵਿੱਚ ਧਨੀ ਕੌਣ ਹੈ? ਤਾਂ ਮਹਾਰਾਜ ਜੀ ਦੱਸਦੇ ਨੇ ਭਾਈ ਦਇਆ ਸਿੰਘ ਜੀ, ਜਿਹਦੇ ਕੋਲ ਆਤਮਾ ਦਾ ਧਨ ਹੈ ਉਹ ਧਨੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨੂੰ ਆਤਮ ਧਨ ਦੀ ਪ੍ਰਾਪਤੀ, ਆਤਮ ਧਨ ਆਪਣੇ ਨਿਜ ਸਰੂਪ ਦਾ ਗਿਆਨ,
ਆਪਣੀ ਨਿਜ ਆਤਮਾ ਦਾ ਗਿਆਨ। ਜਿਸ ਪਾਸ ਆਪਣੀ ਨਿਜ ਆਤਮਾ ਦਾ ਧਨ ਹੈ ਉਹ ਧਨੀ ਸਦਾਉਂਦਾ, ਉਸ ਨੂੰ ਧਨੀ ਕਿਹਾ ਜਾਂਦਾ ਹੈ। ਬਿਨ ਆਤਮ ਪਾਏ ਨਿਰਧਨੀ। ਜਿਹਦੇ ਕੋਲ ਆਤਮਾ ਨਹੀਂ ਹੈ ਉਹ ਨਿਰਧਨੀ ਹੈ। ਯਾਨੀ ਕਿ ਜਿਸ ਕੋਲ ਆਤਮ ਧਨ ਨਹੀਂ ਹੈ, ਜਿਸ ਨੇ ਆਤਮ ਰਸ ਨੂੰ ਨਹੀਂ ਜਾਣਿਆ, ਉਹ ਨਿਰਧਨੀ ਹੈ, ਉਹ ਕੰਗਾਲ ਹੈ। ਨਿਸ਼ਕਾਮਤਾ। ਹੁਣ ਨਿਸ਼ਕਾਮਤਾ ਕੀ? ਆਪਾਂ ਕਹਿ ਦਿੰਨੇ ਆ ਨਾ ਜੀ, ਫਲਾਣਾ ਬੰਦਾ ਜੀ ਨਿਸ਼ਕਾਮ ਸੇਵਾ ਕਰਦਾ ਹੈ, ਅਮਕਾ ਵਿਅਕਤੀ ਜੀ ਨਿਸ਼ਕਾਮ ਰਹਿੰਦਾ ਹੈ, ਅਮਕਾ ਕੀਰਤਨੀ ਜਥਾ ਹੈ ਉਹ ਨਿਸ਼ਕਾਮ ਕੀਰਤਨ ਕਰਦਾ ਹੈ। ਨਿਸ਼ਕਾਮ ਦਾ ਕੀ ਮਤਲਬ ਹੁੰਦਾ ਹੈ? ਜਿਹੜਾ ਕੇਵਲ ਪੈਸੇ ਨਹੀਂ ਲੈਂਦਾ ਉਹੀ ਨਿਸ਼ਕਾਮ ਹੈ, ਤੇ ਜਿਹੜਾ ਪੈਸੇ ਲੈ ਕੇ ਕੀਰਤਨ ਕਰੇ, ਭੇਟਾ ਲੈ ਕੇ ਪਰਿਵਾਰ ਦੇ ਗੁਜ਼ਾਰੇ ਨਿਮਿਤ, ਕਿ ਉਹ ਕਾਮਨਾ ਸਹਿਤ ਕਰਨੇ ਵਾਲਾ ਕੀਰਤਨੀਆ ਹੈ? ਨਿਸ਼ਕਾਮਤਾ ਕੀ ਹੈ? ਕਿ ਜਿਹੜਾ ਨਿਸ਼ਕਾਮ ਸੇਵਾ ਕਰਦਾ ਹੈ ਉਹ ਦੁਨੀਆ ਵਿੱਚ ਤਾਂ ਇਹੀ ਕਹੇਗਾ ਵੀ ਮੈਂ ਨਹੀਂ ਕੋਈ ਪੈਸਾ ਲੈਂਦਾ, ਪਰ ਹਿਰਦੇ ਵਿੱਚ ਪ੍ਰਭਤਾ ਦੀ ਇੱਛਾ ਜਿਹੜੀ ਲਈ ਬੈਠਾ, ਵਡਿਆਈ ਦੀ ਇੱਛਾ, ਉਹਨੂੰ ਦੱਸਣਾ ਥੋੜੀ ਪੈਂਦਾ ਜੀ ਮੈਂ ਨਿਸ਼ਕਾਮ ਹਾਂ। ਜਿਹਨੂੰ ਆਪਣੇ ਮੂੰਹ ਤੋਂ ਢੰਡੋਰਾ ਪਿੱਟ ਕੇ ਕਹਿਣਾ ਪਵੇ ਮੈਂ ਨਿਸ਼ਕਾਮ ਆ, ਇਹਦਾ ਮਤਲਬ ਉਹ ਨਿਸ਼ਕਾਮਤਾ ਦੇ ਲੇਬਲ ਥੱਲੇ ਦੁਨੀਆ ਕੋਲੋਂ ਸ਼ੋਹਰਤ ਪ੍ਰਾਪਤ ਕਰਨਾ ਚਾਹੁੰਦਾ, ਵਡਿਆਈ ਲੈਣਾ ਚਾਹੁੰਦਾ। ਉਹ ਤਾਂ ਫਿਰ ਉਹਦੇ ਤੋਂ ਵੀ ਵੱਡੀ ਕਾਮਨਾ ਹੋਵੇ। ਨਿਸ਼ਕਾਮ ਕੌਣ ਹੈ? ਇਹਦੀ ਪਰਿਭਾਸ਼ਾ ਕੀ ਹੈ? ਉਹ ਭਾਈ ਦਇਆ ਸਿੰਘ ਜੀ ਦੱਸਦੇ ਨੇ, ਸੁਣੋ ਭਾਈ। ਜਗਿਆਸੀ ਨਰ ਚਹੈ ਜੋ ਸ਼੍ਰੇ। ਜਿਹੜਾ ਜਗਿਆਸੂ ਵਿਅਕਤੀ ਆਪਣੀ ਸ਼੍ਰੇ ਚਾਹੁੰਦਾ, ਸ਼੍ਰੇ ਦਾ ਮਤਲਬ ਹੁੰਦਾ ਕਲਿਆਣ। ਜਿਹੜਾ ਜਗਿਆਸੂ ਆਪਣੀ ਕਲਿਆਣ ਚਾਹੁੰਦਾ ਵੀ ਮੇਰੀ ਕਲਿਆਣ ਹੋ ਜਾਵੇ, ਉਤਮ ਕਰਮ ਕਰੇ ਹਿਤ ਦੇ। ਪ੍ਰੇਮ ਨਾਲ ਉੱਤਮ ਕਰਮ ਕਰੇ। ਜਿਹੜੇ ਕਰਮ ਗੁਰੂ ਸਾਹਿਬ ਨੇ ਕਰਨ ਨੂੰ ਕਹੇ ਨੇ, ਉਹਨਾਂ ਉੱਤਮ ਕਰਮਾਂ ਨੂੰ ਪ੍ਰੇਮ ਸਹਿਤ ਕਰੇ। ਨੈ ਅਭਿਲਾਖਾ ਫਲ ਕੀ ਕਰੇ। ਕਰਮ ਕਰਕੇ ਫਲ ਦੀ ਅਭਿਲਾਖਾ ਨਾ ਰੱਖੇ, ਕਰਮ ਕਰਕੇ ਫਲ ਦੀ ਅਭਿਲਾਖਾ ਨਾ ਰੱਖੇ ਵੀ ਮੈਨੂੰ ਬਦਲੇ 'ਚ ਫਲ ਪ੍ਰਾਪਤ ਹੋਵੇ। ਜਦੋਂ ਬਦਲੇ 'ਚ ਫਲ ਦੀ ਕਾਂਖਾ ਰੱਖਦਾ ਫਿਰ ਕਾਹਦੀ ਨਿਸ਼ਕਾਮਤਾ? ਵੀ ਮੈਨੂੰ ਇਹਦਾ ਫਲ ਮਿਲੇਗਾ। ਫਲ ਦੀ ਕਾਂਖਾ ਨਹੀਂ ਰੱਖਣੀ, ਕਰਮ ਕਰਨੇ ਨੇ। ਭਗਵਾਨ ਕ੍ਰਿਸ਼ਨ ਜੀ ਨੇ ਵੀ ਕਿਹਾ ਸੀ ਅਰਜਨ, ਅਰਜਨ ਕਰਮ ਕਰ ਪਰ ਫਲ ਦੀ ਇੱਛਾ ਨਾ ਰੱਖ। ਜਿਤਨੇ ਕਰਮ ਕਰਦਾ ਉਹ ਕਰਮ ਕਰਦਿਆਂ ਮੈਨੂੰ ਸਮਰਪਿਤ ਕਰੀ ਚੱਲ, ਪੁਸ਼ਪ ਵਾਂਗੂ ਜਿਵੇਂ ਫੁੱਲ ਭੇਟ ਕਰੀਦੇ ਨੇ। ਯਾਨੀ ਕਿ ਮੈਂ ਨਹੀਂ ਕੀਤੇ ਮਹਾਰਾਜ, ਤੁਹਾਡੇ ਕਿਰਾਏ ਕਰਮ ਤੁਹਾਨੂੰ ਹੀ ਅਰਪਣ ਕਰਦਾ ਹਾਂ। ਇਹਨੂੰ ਕਹਿੰਦੇ ਨਿਸ਼ਕਾਮਤਾ। ਤੋ ਨਿਸ਼ਕਾਮ ਹੋ ਕੇ ਜਦੋਂ ਕਰਮ ਕਰਦੇ ਆ ਉਦੋਂ ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਹੈ, ਜੀਵ ਦੀ ਸ਼੍ਰੇ ਹੁੰਦੀ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹਨੂੰ ਨਿਸ਼ਕਾਮਤਾ ਕਹਿੰਦੇ ਨੇ ਕਿ ਕਰਮ ਕਰਦਿਆਂ ਉਸ ਦੇ ਫਲ ਦੀ ਇੱਛਾ ਨਹੀਂ ਰੱਖਣੀ। ਹੋਏ ਨਿਸ਼ਕਾਮ ਬ੍ਰਿਤ ਦ੍ਰਿੜ ਧਰੇ। ਉਹਨੂੰ ਨਿਸ਼ਕਾਮ ਕਹਿੰਦੇ ਜਿਹਦੇ ਹਿਰਦੇ 'ਚ ਇਹ ਦ੍ਰਿੜ ਬਿਰਤੀ ਹੈ, ਜਿਸ ਦੇ ਹਿਰਦੇ ਵਿੱਚ ਇਹ ਦ੍ਰਿੜ ਇਰਾਦਾ ਹੈ ਔਰ ਨਿਸ਼ਕਾਮਤਾ ਸਹਿਤ ਰਹਿ ਕੇ ਕਰਮ ਕਰਦਾ ਹੈ, ਉਸੇ ਨੂੰ ਨਿਸ਼ਕਾਮ ਕਿਹਾ ਜਾਂਦਾ ਹੈ। ਪੰਜ ਕਰਮ। ਹੁਣ 5 ਤਰ੍ਹਾਂ ਦੇ ਕਰਮ ਦੱਸਦੇ ਨੇ। ਕਰ ਬੇਕਰਮ ਪੰਜ ਪ੍ਰਕਾਰ। 5 ਪ੍ਰਕਾਰ ਦੇ ਕਰਮ ਹੁੰਦੇ ਆ ਜਿਹੜੇ ਕੀਤੇ ਜਾਂਦੇ ਨੇ ਲੋਕਾਂ ਵੱਲੋਂ। ਇੱਕ ਤੋਂ ਨਿਤ ਕਰਮ ਹਿਤ ਧਾਰ। ਉਹਨਾਂ ਵਿੱਚੋਂ ਇੱਕ ਹੁੰਦਾ ਨਿਤ ਕਰਮ ਜਿਹੜਾ ਰੋਜ਼ ਕਰੀਦਾ ਹੈ। ਇੱਕ ਨਿਤ ਕਰਮ ਹੁੰਦਾ ਮੱਜਨ ਗੁਰਬਾਣੀ ਕੋ ਪਠਨਾ। ਉਹ ਨਿਤ ਕਰਮ ਕੀ ਹੈ? ਸਵੇਰੇ ਉੱਠ ਕੇ ਰੋਜ਼ ਇਸ਼ਨਾਨ ਕਰਨਾ, ਗੁਰਬਾਣੀ ਪੜ੍ਹਨੀ, ਇਹ ਸਾਡਾ ਨਿਤ ਕਰਮ ਹੈ। ਆਪਾਂ ਇਹਨੂੰ ਨਿਤਨੇਮ ਵੀ ਕਹਿੰਦੇ ਆ। ਜਿਹੜਾ ਨਿਤ ਦੇ ਨਿਯਮ ਤਹਿਤ ਕੀਤਾ ਜਾਏ ਉਹ ਨਿਤਨੇਮ ਹੈ।
ਇਹ ਨਿਤ ਕਰਮ ਹੈ ਜਿਹੜਾ ਸਵੇਰ ਉੱਠ ਕੇ ਇਸ਼ਨਾਨ ਪਾਨ ਕਰਕੇ ਗੁਰਬਾਣੀ ਪੜ੍ਹਨੀ, ਇਹ ਸਾਡਾ ਨਿਤ ਕਰਮ ਹੈ। ਸੰਧਿਆ ਆਦਿਕ ਸਤਨਾਮ ਮੁਰਟਨਾ, ਤੇ ਸੰਧਿਆ ਸਮੇਂ ਰਹਿਰਾਸ ਸਾਹਿਬ ਦਾ ਪਾਠ ਕਰਨਾ, ਗੁਰਮੰਤਰ ਮੂਲ ਮੰਤਰ ਦਾ ਜਾਪ ਕਰਨਾ, ਇਹ ਵੀ ਨਿਤ ਕਰਮ ਹੈ। ਸ਼ਰਾਧ ਆਦ ਨੈਮਿਤਕ ਆਹੇ, ਦੂਸਰੇ ਹੁੰਦੇ ਨੇ ਨਮਿਤ ਕਰਮ, ਜਿਹੜੇ ਕਿਸੇ ਨਮਿਤ ਕੀਤੇ ਜਾਣ, ਕਿਸੇ ਦਾ ਮੁੱਖ ਪਰਪਜ ਰੱਖ ਕੇ, ਜਿਵੇਂ ਅਸੀਂ ਆਪਣੇ ਬਜ਼ੁਰਗਾਂ ਨੂੰ ਚੇਤੇ ਰੱਖ ਕੇ ਤੇ ਪੰਜ ਸਿੰਘਾਂ ਨੂੰ ਭੋਜਨ ਛਕਾ ਦਿੱਤਾ ਵੀ ਚਲੋ ਸਾਡੇ ਬਜ਼ੁਰਗਾਂ ਦੇ ਨਮਿਤ ਛਕਾਇਆ, ਉਹ ਨਮਿਤ ਕਰਮ ਹੋ ਜਾਂਦਾ। ਜਿਹੜਾ ਕਿਸੇ ਦੇ ਨਮਿਤ ਕਰਕੇ ਕੀਤਾ ਜਾਵੇ ਉਹਨੂੰ ਨਮਿਤ ਕਰਮ ਕਿਹਾ ਜਾਂਦਾ। ਇਹ ਦੋ ਦੂਸਰੇ ਪ੍ਰਕਾਰ ਦੇ ਕਰਮ ਹਨ। ਕਹਿ ਨਮਿਤ ਤੇ ਕਰਨ ਜੋ ਲਹੇ, ਔਰ ਉਸ ਨਮਿਤ ਕਰਮ ਦੇ ਨਾਲ ਜਿਹੜੇ ਕਰਮ ਹੁੰਦੇ ਨੇ ਉਹਨਾਂ ਦੇ ਨਾਲ ਕਿਸੇ ਦੇ ਭਲੇ ਵਾਸਤੇ, ਕਿਸੇ ਦੂਸਰੇ ਦੀ ਭਲਾਈ ਵਾਸਤੇ ਜਿਹੜੇ ਕਰਮ ਕੀਤੇ ਜਾਂਦੇ ਨੇ ਉਹ ਨਮਿਤ ਕਰਮ ਕਹੇ ਜਾਂਦੇ ਹਨ। ਪ੍ਰਾਸ਼ਚਿਤ ਆਦਿਕ ਤ੍ਰਿਤੀਯੋ ਧਰੇ, ਤੀਜੇ ਨੇ ਪ੍ਰਾਸ਼ਚਿਤ ਕਰਮ, ਜਿਹੜੇ ਕਿਸੇ ਪਾਪ ਦੀ ਭੁੱਲ ਨੂੰ ਬਖਸ਼ਾਉਣ ਵਾਸਤੇ ਕੀਤੇ ਜਾਣ, ਉਹਨੂੰ ਪ੍ਰਾਸ਼ਚਿਤ ਕਰਮ ਬੋਲਦੇ ਹਨ। ਚਤਰਤ ਹੈ ਉਪਾਸਨਾ ਰੂਪ, ਜਿਹੜੇ ਚੌਥੇ ਨੇ ਉਹ ਉਪਾਸਨਾ ਰੂਪ ਕਹੇ ਜਾਂਦੇ ਨੇ ਕਰਮ, ਉਹ ਉਪਾਸਨਾ ਰੂਪ ਹੀ ਹੋ ਜਾਂਦੇ ਹਨ। ਜਨ ਆਪਣੋ ਇਸ਼ਟ ਅਨੂਪ, ਉਹ ਹੁੰਦਾ ਆਪਣੇ ਇਸ਼ਟ ਨੂੰ ਅਰਪਣ ਕਰਨੇ, ਕਰਮ ਕਰਨੇ ਔਰ ਉਹ ਆਪਣੇ ਇਸ਼ਟ ਦੇ ਚਰਨਾਂ ਵਿੱਚ ਅਰਪਣ ਕਰਦੇ ਨੇ। ਇਹ ਚਾਰੋਂ ਸ਼ੁਭ ਕਰੇ ਸਦੀਵ, ਇਹ ਚਾਰੇ ਸ਼ੁਭ ਕਰਮ ਨੇ ਤੇ ਸਦੀਵ ਕਰਨੇ ਨੇ ਸਿੱਖ ਨੇ। ਇਹ ਚਾਰ ਕਰਮ ਜਿਹੜੇ ਉੱਪਰ ਦੱਸੇ ਨੇ, ਨਿਤ, ਨਮਿਤ, ਪ੍ਰਾਸ਼ਚਿਤ, ਜੇ ਕਿਸੇ ਭੁੱਲ ਹੋ ਜਾਏ ਤੇ ਉਹਦਾ ਪ੍ਰਾਸ਼ਚਿਤ ਵੀ ਕਰ ਲੈਣਾ। ਇਸੇ ਤਰ੍ਹਾਂ ਉਪਾਸ਼ਕ ਕਰਮ ਕਹੇ ਨੇ, ਵੈਸੇ ਕਈ ਮਹਾਂਪੁਰਸ਼ਾਂ ਨੇ ਇਸ ਨੂੰ ਕਾਮਕ ਕਰਮ ਵੀ ਕਿਹਾ ਹੈ, ਜਿਹੜੇ ਕਿਸੇ ਕਾਮਨਾ ਨੂੰ ਰੱਖ ਕੇ ਕੀਤੇ ਜਾਂਦੇ ਐ। ਤੋ ਇਸ ਪ੍ਰਕਾਰ ਇਹ ਚਾਰ ਪ੍ਰਕਾਰ ਦੇ ਕਰਮ ਸਿੱਖ ਕਰ ਸਕਦਾ ਔਰ ਉਹਨੂੰ ਕਰਨੇ ਚਾਹੀਦੇ ਹਨ। ਹੋਏ ਨਿਸ਼ਕਾਮ ਭਲੇ ਨਿਰਨੀਵ, ਜੇ ਨਿਸ਼ਕਾਮ ਹੋ ਕੇ ਕਰੇ ਚਾਰੇ ਕਰਮ, ਚਾਹੇ ਨਿਤ ਹੋਣ, ਨਮਿਤ ਹੋਣ, ਜਿੰਨੇ ਵੀ ਕਰਮ ਨਿਸ਼ਕਾਮ ਹੋ ਕੇ ਕਰੇ, ਨਿਰ ਇੱਛਾ ਹੋ ਕੇ ਕਰੇ, ਤਾਂ ਫਿਰ ਇਸ ਦੇ ਅੰਤਸ਼ਕਰਣ ਦੀ ਸ਼ੁੱਧੀ ਹੁੰਦੀ ਹੈ। ਪਰਮੇਸ਼ਰ ਕੈ ਸਤਿਗੁਰ ਪਾਸ, ਔਰ ਆਪਣੇ ਪਾਰ ਬ੍ਰਹਮ ਪਰਮੇਸ਼ਰ ਸਤਿਗੁਰਾਂ ਦੇ ਪਾਸ ਅਰਪੈ ਸਕਲ ਕਰਮ ਨਿਰਜਾਸ, ਜਿੰਨੇ ਵੀ ਕਰਮ ਕਰੇ ਉਹ ਆਪਣੇ ਗੁਰੂ ਦੇ ਜਾਂ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕਰ ਦੇਵੇ। ਮਹਾਰਾਜ ਤੁਹਾਡੇ ਕਰਮ ਤੁਸੀਂ ਕਰਾਏ ਨੇ, ਤੁਹਾਡੇ ਹੀ ਚਰਨਾਂ ਚ ਅਰਪਣ ਕਰਦਾ ਹਾਂ। ਕਰਮ ਪੰਚਮ ਨਖਿਦ ਪਛਾਨ, ਇਹ ਤਾਂ ਸੀ ਉੱਪਰ ਚਾਰ ਤਰ੍ਹਾਂ ਦੇ ਕਰਮ। ਹੁਣ ਜਿਹੜਾ ਪੰਜਵਾਂ ਕਰਮ ਹੈ ਉਹ ਹੈ ਨਿਸ਼ਿੱਧ ਕਰਮ। ਨਖਿੱਧ ਕਰਮ ਵੀ ਜਿਸ ਨੂੰ ਕਹਿ ਦਿੰਦੇ ਆ ਵੀ ਮਾੜੇ ਭੈੜੇ ਕਰਮ, ਜਿਨ੍ਹਾਂ ਲਈ ਗੁਰਬਾਣੀ ਨੇ ਨਿਸ਼ੇਧ ਕੀਤਾ ਵੀ ਇਹ ਨਹੀਂ ਕਰਨੇ, ਜਿਨ੍ਹਾਂ ਲਈ ਗੁਰੂ ਸਾਹਿਬ ਨੇ ਹੁਕਮ ਕੀਤਾ ਇਹ ਨਹੀਂ ਕਰਨੇ, ਉਹਨਾਂ ਨੂੰ ਨਖਿੱਧ ਕਰਮ ਕਹਿੰਦੇ ਹਨ। ਆਦਿਕ ਪਰ ਇਸਤਰੀ ਰਤ ਠਾਨ, ਨਖਿੱਧ ਕਰਮ ਕੀ ਨੇ? ਪਰ ਇਸਤਰੀ ਜਾਂ ਪਰ ਪੁਰਖ ਗਾਮੀ ਹੋਣਾ, ਪਰਾਏ ਧਨ ਦੀ ਲਾਲਸਾ ਰੱਖਣੀ, ਜਾਂ ਝੂਠ ਬੋਲਣਾ, ਨਿੰਦਾ ਚੁਗਲੀ ਕਰਨੀ, ਇਹ ਜਿਤਨੇ ਵੀ ਕਰਮ ਨੇ ਨਖਿੱਧ ਕਰਮ ਨੇ, ਭੈੜੇ ਕਰਮ ਨੇ, ਇਹਨਾਂ ਵਿੱਚ ਕਦੇ ਵੀ ਸਿੱਖ ਨੇ ਪ੍ਰਵਿਰਤ ਨਹੀਂ ਹੋਣਾ। ਇਨਕੋ ਅੰਗੀਕਾਰ ਨ ਕਰੇ, ਇਹਨਾਂ ਭੈੜੇ ਮਾੜੇ ਨਖਿੱਧ ਕਰਮਾਂ ਨੂੰ ਸਿੱਖ ਨੇ ਕਦੇ ਵੀ ਸਵੀਕਾਰ ਨਹੀਂ ਕਰਨਾ, ਇਹਨਾਂ ਨੂੰ ਅੰਗੀਕਾਰ ਨਹੀਂ ਕਰਨਾ। ਜੋ ਨਰ ਸ਼੍ਰੇਹ ਚਾਹ ਕੋ ਤਰੇ, ਜਿਹੜੇ ਨਰ ਆਪਣੀ ਸ਼ਰੀਰ ਦੀ ਇੱਛਾ ਰੱਖਦੇ ਨੇ, ਆਪਣੇ ਕਲਿਆਣ ਦੀ ਇੱਛਾ ਰੱਖਦੇ ਨੇ ਵੀ ਸਾਡੀ ਮੁਕਤੀ ਹੋ ਜਾਏ, ਸਾਡੀ ਬੰਦ ਖਲਾਸੀ ਹੋ ਜਾਵੇ। ਭਗਤ ਯੋਗ ਕਰ ਜਬ ਨਿਸ਼ਕਾਮ, ਭਗਤ ਯੋਗ ਕਰਕੇ ਜਦੋਂ ਕੋਈ ਨਿਸ਼ਕਾਮ ਹੋ ਜਾਂਦਾ, ਕਾਮਨਾ ਤੋਂ ਰਹਿਤ ਹੋ ਜਾਂਦਾ ਹੈ, ਸ਼ੁੱਧ ਅੰਤੈ ਕਰਨ ਹੋਏ ਅਬਿਰਾਮ, ਉਹਦਾ ਫਿਰ ਅੰਤਸ਼ਕਰਨ ਸ਼ੁੱਧ ਹੋ ਜਾਂਦਾ, ਤਿਸ ਦੇ ਅੰਤःਕਰਨ ਦੀ ਸ਼ੁੱਧੀ ਹੋ ਜਾਂਦੀ ਔਰ ਅੰਤःਕਰਨ
ਬਿਲਕੁਲ ਵਿਰਾਮ ਸੁੰਦਰ ਹੋ ਜਾਂਦਾ ਹੈ। ਜਥਾ ਮਲੀਨ ਬਸਤਰ ਬੋਕਾਰੇ, ਜਿਵੇਂ ਮੈਲੇ ਕੱਪੜੇ ਹੁੰਦੇ ਆ ਨਾ, ਕਾਲੇ ਹੋਏ ਹੋਣ ਕਿਸੇ ਮੈਲ ਦੇ ਨਾਲ, ਉਜਲ ਸਾਬਣ ਸਾਥ ਪਖਾਰੇ, ਸਾਬਣ ਤੇ ਪਾਣੀ ਲਾ ਕੇ ਧੋ ਕੇ ਉਹਨਾਂ ਮੈਲੇ ਕੱਪੜਿਆਂ ਨੂੰ ਜਿਵੇਂ ਉਜਲ ਕੀਤਾ ਜਾਂਦਾ ਹੈ, ਇਮ ਉਪਾਏ ਤੇ ਮਨ ਸ਼ੁੱਧ ਜਬੈ। ਏਦਾਂ ਜਦੋਂ ਨਿਸ਼ਕਾਮ ਕਰਮ ਕਰਦੇ ਆ, ਸਾਡੇ ਅੰਤਸ਼ਕਰਣ ਦੀ ਮੈਲ ਧੋਤੀ ਜਾਂਦੀ ਹੈ। ਸਾਡੇ ਅੰਤःਕਰਣ ਦੀ ਜਿਹੜੀ ਮਲੀਨਤਾਈ ਜਨਮਾਂ ਜਨਮਾਂ ਦੀ ਇਸ ਨੂੰ ਲੱਗੀ ਹੋਈ ਹੈ, ਉਹ ਫਿਰ ਧੋਤੀ ਜਾਂਦੀ ਹੈ ਜਦੋਂ ਅਸੀਂ ਨਿਸ਼ਕਾਮ ਕਰਮ ਕਰਦੇ ਹਾਂ। ਈਸ਼ ਪ੍ਰਸੰਨ ਹੋਤ ਹੈ ਤਬੇ, ਈਸ਼ਵਰ ਪ੍ਰਸੰਨ ਹੁੰਦਾ ਜਦੋਂ ਅੰਤਸ਼ਕਰਣ ਸ਼ੁੱਧ ਹੁੰਦਾ ਹੈ, ਫਿਰ ਈਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਚਾਰ ਸਾਧਨ, ਹੁਣ ਚਾਰ ਸਾਧਨ ਜਿਹੜੇ ਪਿੱਛੇ ਦੱਸੇ ਸੀ ਨਾ, ਵਿਵੇਕ, ਵਿਰਾਗ, ਖਟ ਸੰਪਤੀ ਤੇ ਮੁਮੁਕਸ਼ੂ ਹੋਣਾ, ਇਹ ਜਿਹੜੇ ਚਾਰ ਸਾਧਨ ਨੇ ਹੁਣ ਉਹਨਾਂ ਬਾਰੇ ਦੱਸਦੇ ਨੇ। ਸੁਣੋ ਭਾਈ, ਚਾਰੋਂ ਸਾਧਨ ਉਰ ਉਪਜਾਵੇ, ਜਿਹੜਾ ਸਿੱਖ ਹੈ ਅਧਿਕਾਰੀ, ਉਹਦੇ ਅੰਦਰ ਇਹ ਚਾਰੇ ਸਾਧਨ ਹੋਣੇ ਚਾਹੀਦੇ ਨੇ। ਜਿਹੜਾ ਜਗਿਆਸੂ ਹੈ ਨਾ, ਅਧਿਕਾਰੀ, ਜਿਹੜਾ ਚਾਹੁੰਦਾ ਵੀ ਮੈਂ ਪਰਮੇਸ਼ਰ ਵਿੱਚ, ਬ੍ਰਹਮ ਵਿੱਚ ਇੱਕਮਿਕ ਹੋਵਾਂ, ਉਹਦੇ ਵਿੱਚ ਚਾਰੇ ਸਾਧਨ ਹੋਣੇ ਜ਼ਰੂਰੀ ਨੇ। ਇਹ ਚਾਰ ਸਾਧਨ ਕਿਹੜੇ ਨੇ ਉਹ ਦੱਸਦੇ ਨੇ। ਸੁਧਰੇ ਖੇਤ ਅੰਨ ਜਿਮ ਪਾਵੇ, ਜਿਵੇਂ ਅੰਤਸ਼ਕਰਣ ਸ਼ੁੱਧ ਹੋ ਗਿਆ ਪਹਿਲਾਂ ਨਿਸ਼ਕਾਮ ਕਰਮ ਕਰਕੇ, ਯਾਨੀ ਕਿ ਜ਼ਮੀਨ ਵਾਹ ਦਿੱਤੀ, ਜ਼ਮੀਨ ਸਾਫ਼ ਸੁਥਰੀ ਹੋ ਗਈ, ਫਿਰ ਉਹਦੇ 'ਚ ਬੀਜ ਬੀਜਿਆ ਜਾਂਦਾ ਨਾ, ਪਹਿਲਾਂ ਜ਼ਮੀਨ ਨੂੰ ਸੁਧਾਰਿਆ ਜਾਂਦਾ। ਇਹ ਤਾਂ ਨਹੀਂ ਵੀ ਘਾਹ ਬੂਟ ਹੋਵੇ ਵਿੱਚ ਹੀ ਲਾ ਦਿਓ ਜਿਹੜੀ ਫਸਲ ਲਾਉਣੀ ਹੈ, ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨੂੰ ਸੁਧਾਰਿਆ ਜਾਂਦਾ। ਏਦਾਂ ਨਿਸ਼ਕਾਮ ਕਰਮ ਕਰਕੇ ਜਦੋਂ ਅੰਤਸ਼ਕਰਣ ਦੀ ਜ਼ਮੀਨ ਸੁਧਰ ਜਾਂਦੀ ਹੈ, ਸਾਫ਼ ਹੋ ਜਾਂਦੀ ਹੈ, ਫਿਰ ਉਹਨੂੰ ਚਾਰ ਸਾਧਨਾਂ ਦੇ ਸਹਿਤ, ਯਾਨੀ ਕਿ ਇਹ ਜਿਹੜੇ ਚਾਰ ਸਾਧਨ ਦੱਸਦੇ ਨੇ, ਚਤੁਸ਼ਟਾ ਸਾਧਨ ਕਹਿੰਦੇ ਨੇ, ਫਿਰ ਉਹ ਬੀਜ ਇਹਦੇ ਵਿੱਚ ਬੀਜਣਾ ਪੈਂਦਾ ਹੈ। ਉਹ ਚਾਰ ਸਾਧਨ ਦੱਸਦੇ ਹਨ। ਇੱਕ ਬੈਰਾਗ ਫੁਰੇ ਮਨ ਐਸੇ, ਉਹਨਾਂ ਵਿੱਚੋਂ ਇੱਕ ਹੈ ਵੈਰਾਗ। ਜਗਿਆਸੂ ਦੇ ਹਿਰਦੇ 'ਚ ਵੈਰਾਗ ਹੋਣਾ ਚਾਹੀਦਾ। ਵੈਰਾਗ ਵੀ ਕਿਹੋ ਜਿਹਾ ਹੋਣਾ ਚਾਹੀਦਾ ਉਹ ਵੀ ਦੱਸਦੇ ਨੇ। ਵੈਰਾਗ ਕੈਸਾ ਹੋਵੇ, ਇਹ ਨਹੀਂ ਵੀ ਘੜੀ ਦੀ ਘੜੀ ਆਇਆ, ਮਾੜੀਆਂ ਜੀ ਅੱਖਾਂ 'ਚੋਂ ਨੀਰ ਜਿਹਾ ਵਿਆ ਦੀ ਜੀ ਮੈਂ ਤਾਂ ਜੀ ਬੜਾ ਵੈਰਾਗੀ ਹੁੰਨਾ ਜੀ, ਐਸਾ ਵੈਰਾਗ ਨਹੀਂ ਜਿਹੜਾ ਘੜੀ ਦੋ ਘੜੀ ਵਾਸਤੇ ਆਵੇ। ਸਿੱਖ ਦੇ ਵਰਤਣ ਵਿੱਚ ਹਮੇਸ਼ਾ ਹੀ ਵੈਰਾਗ ਰਹਿੰਦਾ ਹੈ। ਉਹ ਕਿਹੋ ਜਿਹਾ ਵੈਰਾਗ ਹੈ, ਜ਼ਰੂਰੀ ਨਹੀਂ ਕਿ ਵੈਰਾਗ ਵਿੱਚ ਨੇਤਰਾਂ 'ਚੋਂ ਹੰਝੂ ਹੀ ਆਉਂਦੇ ਹਨ, ਵੈਰਾਗ ਹਿਰਦੇ ਵਿੱਚ ਵੀ ਵਰਤਦਾ ਹੈ। ਉਹ ਵੈਰਾਗ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਉਹ ਵੀ ਪਿਆਰੇ ਦਇਆ ਸਿੰਘ ਜੀ ਦੱਸਦੇ ਨੇ। ਵਿਸ਼ਟਾ ਕਾਗ ਸੁਰਗ ਸੁਖ ਤੈਸੇ, ਕਹਿੰਦੇ ਇਸ ਤਰ੍ਹਾਂ ਦਾ ਵੈਰਾਗ ਹੋਵੇ ਕਿ ਦੁਨੀਆ ਦੇ ਜਿੰਨੇ ਸੁੱਖ ਨੇ, ਇਸ ਲੋਕ ਤੋਂ ਲੈ ਕੇ ਪਰਲੋਕ ਤੱਕ ਦੇ ਜਿੰਨੇ ਭੋਗ ਨੇ, ਉਹਨਾਂ ਨੂੰ ਕਾਂ ਦੀ ਵਿੱਠ ਦੇ ਸਮਾਨ ਜਾਣੇ। ਇਹੋ ਜਿਹਾ ਵੈਰਾਗ ਹੋਣਾ ਚਾਹੀਦਾ। ਬ੍ਰਹਮ ਲੋਕ ਤੱਕ ਭੋਗ ਜਿਤ ਕਾਕ ਵਿਸ਼ਟ ਸਮਝਾਨ, ਇਸ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿੰਨੇ ਸੁੱਖ ਭੋਗ ਨੇ, ਉਹਨਾਂ ਨੂੰ ਕਾਂ ਹੁਣ ਗੰਦ ਖਾਂਦਾ, ਵਿਸ਼ਟਾ ਖਾਂਦਾ, ਤੇ ਉਹਦੀ ਵਿੱਠ ਕਿੰਨੀ ਗੰਦੀ ਹੁੰਦੀ ਹੈ ਕਾਂ ਦੀ। ਕਹਿੰਦੇ ਉਹਦੇ ਸਮਾਨ ਕਰਕੇ ਉਹਨਾਂ ਨੂੰ ਵੇਖਣਾ, ਯਾਨੀ ਕਿ ਇੰਨਾ ਵੈਰਾਗ ਹੋਣਾ, ਪਕੜ ਨਾ ਹੋਣੀ ਕਿਸੇ ਵਸਤੂ ਦੀ। ਐਸਾ ਵੈਰਾਗ ਸਾਡੇ ਹਿਰਦੇ 'ਚ ਹੋਣਾ ਜ਼ਰੂਰੀ ਹੈ। ਜਿਹੜੇ ਚਾਰ ਸਾਧਨ ਦੱਸਦੇ ਨੇ ਉਹਨਾਂ 'ਚੋਂ ਇੱਕ ਪਹਿਲਾ ਸਾਧਨ ਵੈਰਾਗ ਹੈ। ਲੋਕ ਪਰਲੋਕ ਵਿਸ਼ੇ ਸੁਖ ਜੀਤੇ, ਲੋਕ ਤੇ ਪਰਲੋਕ ਦੇ ਜਿਤਨੇ ਵਿਸ਼ੇ ਸੁਖ ਹਨ, ਬਮਨ ਸਮਾਨ ਨਾ ਪਾਵੇ ਤੇਤੇ, ਉਹਨਾਂ ਨੂੰ ਉਲਟੀ ਦੇ ਸਮਾਨ ਜਾਣੇ। ਜਿਵੇਂ ਉਲਟੀ ਕੀਤੀ ਹੁੰਦੀ ਹੈ ਨਾ ਕਿਸੇ ਨੇ, ਤੇ ਕਿੰਨੀ ਗੰਦੀ ਲੱਗਦੀ ਹੈ, ਏਦਾਂ ਲੋਕ ਪਰਲੋਕ ਦੇ ਜਿਤਨੇ ਵਿਸ਼ੇ ਸੁੱਖ ਨੇ ਉਹਨਾਂ ਨੂੰ ਉਲਟੀ ਦੇ ਸਮਾਨ ਜਾਣ ਕੇ ਉਹਨਾਂ ਨਾਲ ਬੰਧਾਏ ਮਾਨ ਨਹੀਂ ਹੋਣਾ, ਐਸਾ ਵੈਰਾਗ ਹੋਵੇ। ਸੰਸਾਰ ਦੇ ਸੁੱਖਾਂ ਨੂੰ ਉਲਟੀ ਕਿਉਂ ਦੱਸਿਆ ਵੀ ਇਹ ਉਲਟੀ ਦੇ ਸਮਾਨ ਨੇ? ਕਿਉਂਕਿ ਮਹਾਂਪੁਰਸ਼ਾਂ ਨੇ ਉਲਟੀ ਕੀਤੀ ਹੋਈ ਹੈ। ਉਹਨਾਂ ਨੇ ਉਲਟੀ ਕੀਤੀ ਕਿਉਂਕਿ ਉਹਨਾਂ ਨੇ ਛੱਡੇ ਹੋਏ ਨੇ ਸਾਰੇ ਸੰਸਾਰ ਦੇ ਭੋਗ। ਇਸ ਕਰਕੇ ਜਿਹੜੀ ਉਹਨਾਂ ਦੀ ਉਲਟੀ ਆ, ਫਿਰ ਉਹਨੂੰ ਕਿਵੇਂ ਸਵੀਕਾਰ ਕਰੀਏ?
ਇਹ ਉਲਟੀ ਦੇ ਸਮਾਨ ਜਾਣਦੇ ਨੇ, ਜਿਤਨੇ ਲੋਕ ਪਰਲੋਕ ਦੇ ਵਿਸ਼ੇ ਸੁਖ ਹਨ। ਤਤ ਮਿਥਿਆ ਕੋ ਫੁਰੇ ਵਿਚਾਰ। ਫਿਰ ਦੂਸਰਾ ਹੈ ਵਿਵੇਕ। ਵਿਵੇਕ ਕਿਸ ਨੂੰ ਕਹਿੰਦੇ ਨੇ? ਤਤ ਤੇ ਮਿਥਿਆ ਦੀ ਵਿਚਾਰ ਕਰਨੀ, ਯਾਨੀ ਕਿ ਸੱਚ ਤੇ ਝੂਠ ਦਾ ਨਿਰਣਾ ਕਰਨਾ। ਸਾਧਨ ਦੁਤੀਏ ਵਿਵੇਕ ਉਚਾਰ। ਇਹਨੂੰ ਦੂਸਰਾ ਸਾਧਨ ਕਿਹਾ ਜਾਂਦਾ, ਔਰ ਇਹਦਾ ਨਾਮ ਹੈ ਵਿਵੇਕ। ਰੂਪ ਯਥਾਰਥ ਆਤਮ ਜਾਣੇ। ਕਿ ਯਥਾਰਥ ਆਤਮਾ ਦੇ ਸਵਰੂਪ ਨੂੰ ਜਾਣ ਲਵੇ ਕਿ ਆਤਮਾ ਹੀ ਸਦਾ ਯਥਾਰਥ ਸਤ ਹੈ। ਸਦਾ ਸਤ ਤਤ ਪਛਾਨੇ। ਇਹ ਤਤ ਪਛਾਣ ਲਵੇ ਕਿ ਆਤਮਾ ਸਦਾ ਹੈ ਔਰ ਸदैवी ਸਤ ਹੈ। ਇਸ ਤਤ ਦੀ ਪਹਿਚਾਣ ਕਰ ਲਵੇ। ਸਾਚ ਝੂਠ ਹੋਵੇ ਇੱਕ ਹੀ ਵਿਖੇ। ਹੁਣ ਵਿਵੇਕ ਕੀ ਹੈ ਉਹਦੇ ਬਾਰੇ ਦੱਸਦੇ ਆ। ਕਹਿੰਦੇ ਸੱਚ ਤੇ ਝੂਠ ਦੋਵੇਂ ਇੱਕ ਜਗ੍ਹਾ ਦੇ ਵਿੱਚ ਇਕੱਠੇ ਹੋਏ ਹੋਣ, ਇੱਕੋ ਸਥਾਨ ਤੇ ਸੱਚ ਤੇ ਝੂਠ ਦੋਵੇਂ ਮਿਲੇ ਹੋਣ। ਮਿਥਿਆ ਨਾਮ ਇਸੀ ਕੋ ਲਖੇ। ਇਸੇ ਨੂੰ ਮਿਥਿਆ ਕਹਿੰਦੇ ਨੇ, ਵੀ ਜਿਸ ਨੂੰ ਨਾ ਸੱਚਾ ਕਹਿ ਸਕੀਏ ਨਾ ਝੂਠਾ ਕਹਿ ਸਕੀਏ, ਜਾਂ ਇਦਾਂ ਕਹਿ ਲਈ ਵੀ ਸੱਚ ਝੂਠ ਦੋਵੇਂ ਮਿਲੇ ਹੋਣ, ਇਸੇ ਦਾ ਨਾਮ ਮਿਥਿਆ ਹੈ। ਜਿਵੇਂ ਗੁਰਬਾਣੀ 'ਚ ਸ਼ਬਦ ਆਉਂਦਾ ਨਾ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉ ਮੈਂ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਇਹ ਸਭ ਮਿਥਿਆ ਆਪਾਂ ਕਹਿ ਦਿੰਦੇ ਆ ਨਾ। ਮਿਥਿਆ ਕੀ ਹੈ? ਸੱਚ ਤੇ ਝੂਠ ਦੋਵੇਂ ਇੱਕ ਜਗ੍ਹਾ ਤੇ ਮਿਲੇ ਹੋਣ, ਉਹਨੂੰ ਮਿਥਿਆ ਬੋਲਦੇ ਹਨ। ਅੱਗੇ ਉਦਾਹਰਣ ਦੇ ਕੇ ਵੀ ਸਮਝਾਉਣਗੇ। ਜਬ ਅਧਿਸ਼ਠਾਨ ਸਾਚ ਕਰ ਜਾਣਾ। ਜਦੋਂ ਦੋ ਚੀਜ਼ਾਂ ਹੁੰਦੀਆਂ, ਇੱਕ ਅਧਿਸ਼ਠਾਨ ਤੇ ਦੂਸਰਾ ਹੁੰਦਾ ਅਧਿਅਸਤ। ਅਧਿਸ਼ਠਾਨ ਨੂੰ ਜਦੋਂ ਸੱਚ ਕਰਕੇ ਜਾਣ ਲਿਆ, ਇਸ ਮੈਂ ਕਲਪਤ ਝੂਠ ਪਛਾਨਾ। ਉਹਦੇ ਵਿੱਚ ਜਿਹੜੀ ਕਲਪਨਾ ਕੀਤੀ ਹੋਈ ਜਿਸ ਨੂੰ ਅਧਿਅਸਤ ਕਹਿੰਦੇ ਨੇ, ਫਿਰ ਉਸ ਝੂਠ ਦੀ ਪਛਾਣ ਹੋ ਜਾਂਦੀ ਵੀ ਆਹ ਝੂਠ ਹੈ, ਇਹਦਾ ਅਸਲ ਸਵਰੂਪ ਆਹ ਸੱਚ ਹੈ। ਰਜੂ ਮੈਂ ਸਰਪ ਸੀਪ ਮੈਂ ਰੂਪਾ। ਜਿਵੇਂ ਰੱਸੀ ਪਈ ਹੋਈ ਹੈ, ਰੱਸੀ ਸੱਚ ਹੈ, ਪਰ ਉਹਦੇ ਜਿਹੜਾ ਸੱਪ ਦਿਸਦਾ ਉਹ ਤਾਂ ਝੂਠਾ ਹੈ ਨਾ। ਹੁਣ ਸੱਚ ਝੂਠ ਦੋਵੇਂ ਇਕੱਠੇ ਹੋ ਗਏ ਨਾ। ਰੱਸੀ ਸੱਚ ਹੈ ਔਰ ਉਹਦੇ ਵਿੱਚ ਝੂਠਾ ਸੱਪ ਦਿਸ ਰਿਹਾ। ਰੱਸੀ ਦੇ ਅਧਿਸ਼ਠਾਨ ਕਰਕੇ ਸੱਪ ਦਿਸਦਾ, ਜੇ ਰੱਸੀ ਨਾ ਹੋਵੇ ਤੇ ਫਿਰ ਤਾਂ ਨਹੀਂ ਸੱਪ ਦਿਸਦਾ। ਇਸ ਕਰਕੇ ਅਧਿਅਸਤ, ਇਹ ਜਗਤ ਅਧਿਅਸਤ ਹੈ ਔਰ ਪ੍ਰਮਾਤਮਾ ਅਧਿਸ਼ਠਾਨ ਹੈ। ਉਹਦੇ ਆਸ਼ਰਿਤ ਤੇ ਜਗਤ ਦਿਸ ਰਿਹਾ। ਅਸੀਂ ਜਗਤ ਨੂੰ ਸੱਚ ਸਮਝ ਲਿਆ, ਜਿਹੜਾ ਅਸਲੀ ਸਵਰੂਪ ਹੈ ਪ੍ਰਮਾਤਮਾ ਦਾ, ਉਹ ਸੱਪ ਤਾਂ ਦਿਸ ਰਿਹਾ, ਰੱਸੀ ਨਹੀਂ ਦਿਸ ਰਹੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਗਤ ਦਿਸ ਰਿਹਾ ਪਰ ਜਗਤ ਦਾ ਕਰਤਾ ਨਹੀਂ ਪਿਆ ਦਿਸਦਾ ਸਾਨੂੰ। ਇਹ ਭਰਮ ਹੈ। ਜਦੋਂ ਜਗਤ ਦੇ ਕਰਤੇ ਨੂੰ ਜਾਣ ਲਿਆ ਵੀ ਉਹ ਹੈ, ਫਿਰ ਇਹ ਜਗਤ ਚਲਾ ਜਾਂਦਾ। ਜਿਵੇਂ ਰੱਸੀ ਨੂੰ ਜਾਣਨ ਤੋਂ ਬਾਅਦ ਸੱਪ ਚਲਾ ਗਿਆ, ਕਿੱਥੇ ਗਿਆ? ਉਹ ਤਾਂ ਹੈ ਹੀ ਨਹੀਂ ਸੀ। ਗਿਆ ਕਿੱਥੇ? ਉਹਦਾ ਕੇਵਲ ਉਹਦਾ ਕਲਪਨਾ ਕਰਕੇ ਭਰਮ ਦੇ ਵਿੱਚ ਦਿਸ ਰਿਹਾ ਸੀ। ਇਸੇ ਤਰ੍ਹਾਂ ਇਹ ਜਗਤ ਦਾ ਔਰ ਆਤਮਾ ਦਾ ਜਦੋਂ ਨਿਰਣਾ ਹੋ ਜੇ ਸੱਚ ਝੂਠ ਦਾ, ਇਹਨੂੰ ਕਹਿੰਦੇ ਆ ਵਿਵੇਕ। ਇਹ ਵਿਵੇਕ ਦੁਆਰਾ ਐਸਾ ਹੋ ਸਕਦਾ ਹੈ। ਊਕਨ ਹੀਮ ਵਿਖੇ ਅਨੁਰੂਪਾ। ਜਿਵੇਂ ਸਿੱਪੀ ਤੇ ਚਾਂਦੀ। ਹੁਣ ਸਿੱਪੀ ਵਿੱਚ ਚਾਂਦੀ ਦਿਸੀ ਜਾਂਦੀ ਆ, ਉਹ ਚਾਂਦੀ ਹੁੰਦੀ ਤਾਂ ਨਹੀਂ, ਉਹਦਾ ਸਿੱਪੀ ਹੈ, ਪਰ ਉਹਦੇ ਅਧਿਅਸਤ ਹੋਣ ਕਰਕੇ ਦਿਸ ਰਹੀ ਹੈ, ਅਧਿਸ਼ਠਾਨ ਸਿੱਪੀ ਹੈ। ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ 'ਚ ਭੇਦ ਵੇਖ ਲਈਏ, ਉਹ ਤਾਂ ਨਹੀਂ ਹੁੰਦਾ, ਹੈ ਤਾਂ ਸੋਨਾ ਹੀ ਹੈ ਨਾ, ਬਸ ਇੱਕ ਉਹਦੇ ਗਹਿਣੇ ਬਣ ਗਏ, ਮੂਲ ਰੂਪ ਵਿੱਚ ਉਹ ਸੋਨਾ ਹੀ ਹੈ। ਤਿਮ ਆਤਮ ਸਤ ਰੂਪ ਮਝਾਰਾ। ਇਹ ਤਾਂ ਜਾਣਨਾ ਕਿ ਸਾਡੀ ਆਤਮਾ ਹੀ ਇਸ ਸਰੀਰ ਵਿੱਚ ਸਤ ਹੈ। ਜਿਹੜੀ ਸਾਡੀ ਆਤਮਾ ਹੈ ਉਹੀ ਸਤ ਹੈ, ਸਾਡਾ ਉਹੀ ਸਵਰੂਪ ਹੈ। ਦੇ ਆਦਿਕ ਪਰਪੰਚ ਪਸਾਰਾ। ਆ ਜਿਹੜੀ ਸਾਡੀ ਬਾਹਰਲੀ ਦੇਹ ਤੇ ਪਰਪੰਚ ਦਾ ਜਿੰਨਾ ਵੀ ਪਸਾਰਾ ਹੈ, ਇਮ ਤਤ ਮਿਥਿਆ ਕਰਨ ਵਿਚਾਰ। ਇਹ ਮਿਥਿਆ ਹੈ। ਜਿਹੜੀ ਸਾਡੇ ਅੰਦਰ ਆਤਮਾ ਉਹ ਤਤ ਹੈ। ਏਦਾਂ ਤਤ ਤੇ ਮਿਥਿਆ ਦੀ ਵਿਚਾਰ ਕਰ ਲੈਣੀ। ਇਹ ਜਿਹੜੀ ਤਤ ਤੇ ਮਿਥਿਆ ਨੂੰ ਵਿਚਾਰਨਾ ਹੈ। ਸਾਧਨ ਦੁਤੀਏ ਵਿਵੇਕ ਵਿਚਾਰ। ਦੂਸਰਾ ਸਾਧਨ ਹੈ ਜਿਸ ਨੂੰ ਵਿਵੇਕ ਕਿਹਾ ਜਾਂਦਾ ਹੈ। ਜਿਤਕ ਬਾਸਨਾ ਮਨ ਮੈਂ ਜੋਏ। ਹੁਣ ਅੱਗੇ ਗੁਰੂ ਖਾਲਸਾ ਜੀ ਖੱਟ ਸੰਪਤੀ ਹੁੰਦੀ। ਖੱਟ ਸੰਪਤੀ ਦਾ ਮਤਲਬ 6 ਗੁਣ। ਪਿੱਛੇ ਆਈ ਸੀ ਨਾ ਕਥਾ, ਪਰ ਉਦੋਂ ਵਿਸਥਾਰ ਨਹੀਂ ਸੀ ਆਇਆ, ਕੇਵਲ ਨਾਂ ਆਏ ਸਨ, ਸਾਮ ਦਾਮਤ ਤਿਕਸ਼ਾ ਸ਼ਰ। ਹੁਣ ਉਹਨਾਂ ਦੀ ਅੱਗੇ ਵਿਆਖਿਆ ਕਰਨ ਲੱਗੇ ਹੈ। ਇਹ ਖੱਟ ਸੰਪਤੀ ਵਿੱਚੋਂ ਪਹਿਲਾ ਹੈ ਸਮ। ਸਮ ਕੀ ਹੈ?
ਆਪਣੇ ਹਿਰਦੇ ਚੋਂ ਵਿਸ਼ਿਆਂ ਦੀ ਬਿਰਤੀ ਦਾ ਤਿਆਗ ਕਰਨਾ। ਜਿੰਨੇ ਵੀ ਵਿਸ਼ਿਆਂ ਦੀਆਂ ਵਾਸ਼ਨਾਵਾਂ ਨੇ ਉਹਨਾਂ ਵਾਸ਼ਨਾਵਾਂ ਦਾ ਤਿਆਗ ਕਰਨਾ। ਤਿਆਗਣ ਤਿਨੋ ਨਾਮ ਸਮ ਹੋਏ। ਇਸੇ ਨੂੰ ਸਮ ਕਹਿੰਦੇ ਆ। ਜਦੋਂ ਮਨ ਦੀਆਂ ਵਾਸ਼ਨਾਵਾਂ ਤਿਆਗ ਦਿਓ ਉਹ ਹੋ ਗਿਆ ਸਮ। ਜਦੋਂ ਮਨ ਚੋਂ ਵਾਸ਼ਨਾ ਤਿਆਗਣੀ ਬੜੀ ਔਖੀ ਹੈ। ਬਾਹਰੋਂ ਜੜ ਚੀਜ਼ ਤਿਆਗੀ ਜਾਂਦੀ ਆ ਪਰ ਉਹਦੀ ਵਾਸ਼ਨਾ ਨਹੀਂ ਛੱਡੀ ਜਾਂਦੀ। ਤਦੇ ਭਗਤ ਜੀ ਕਹਿੰਦੇ ਮਾਇਆ ਤਜੀ ਤੋਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਵਾਸ਼ਨਾ ਨਹੀਂ ਛੱਡੀ। ਇਸ ਕਰਕੇ ਜਦੋਂ ਮਨ ਦੀ ਵਾਸ਼ਨਾ ਦਾ ਤਿਆਗ ਕਰ ਦੇਵੇ ਇਸੇ ਦਾ ਨਾਮ ਹੈ ਸਾਮੇ ਨੂੰ ਸਮ ਬੋਲਦੇ ਨੇ। ਵਿਸ਼ਿਆਨ ਸਭ ਤੇ ਰੁਕੇ ਰਖੀਕ। ਫਿਰ ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਲੈਣਾ। ਅੱਖਾਂ ਨੂੰ ਵੇਖਣ ਤੋਂ, ਕੰਨਾਂ ਨੂੰ ਮਾੜਾ ਸੁਣਨ ਤੋਂ ਆਪਣੀਆਂ ਇੰਦਰੀਆਂ ਰੋਕ ਲੈਣੀਆਂ ਵਿਸ਼ਿਆਂ ਤੋਂ। ਇਹਨੂੰ ਕਾਬੂ ਕਰ ਲੈਣਾ। ਇਹ ਦਮ ਨਾਮ ਕਏ ਮਤ ਨੀਕ। ਸਿਆਣੇ ਮਤ ਵਾਲੇ ਵਿਦਵਾਨ ਇਹਨੂੰ ਦਮ ਕਹਿੰਦੇ ਨੇ। ਦੂਸਰਾ ਗੁਣ ਹੁੰਦਾ ਨਾ ਦਮ। ਖੱਟ ਸੰਪਤੀ ਵਿੱਚ ਪਹਿਲਾ ਸਮ ਦੱਸਿਆ ਹੁਣ ਦਮ ਦੱਸਿਆ। ਜਦੋਂ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਲੈਣਾ ਇਸ ਨੂੰ ਮਹਾਪੁਰਸ਼ ਵਿਦਵਾਨ ਦਮ ਬੋਲਦੇ ਨੇ। ਦਮ ਕਹਿੰਦੇ ਹਨ। ਪ੍ਰਾਪਤ ਪਏ ਆਨ ਕਰ ਵਿਸੈ। ਹੁਣ ਅੱਗੇ ਦੱਸਦੇ ਆ ਵੀ ਜਦੋਂ ਕੋਈ ਵਿਸ਼ਾ ਪ੍ਰਾਪਤ ਹੋਵੇ ਹੋਰੇ ਨ ਤ੍ਰਿਸ਼ਨਾ ਮਨ ਮੈਂ ਜਿਜੈ। ਉਸ ਵਿਸ਼ੇ ਨੂੰ ਵੇਖ ਕੇ ਮਨ 'ਚ ਫੁਰਨਾ ਹੀ ਨਾ ਫੁਰੇ। ਅਸੀਂ ਕੋਈ ਚੀਜ਼ ਵੇਖਦੇ ਇੱਕਦਮ ਫੁਰਨਾ ਆ ਜਾਂਦਾ ਸਾਡੇ ਮਨ 'ਚ ਕੋਈ ਨਾ ਕੋਈ। ਜਦੋਂ ਕਿਸੇ ਵਿਸ਼ੇ ਨੂੰ ਵੇਖਣ ਤੋਂ ਬਾਅਦ ਮਨ ਵਿੱਚ ਕੋਈ ਫੁਰਨਾ ਹੀ ਨਾ ਆਵੇ ਅੰਗੀਕਾਰ ਨ ਕਰਬੇ ਭਾਵੇ। ਨਾ ਉਸ ਵਸਤੂ ਨੂੰ ਅੰਗੀਕਾਰ ਕਰਨ ਦੀ ਇੱਛਾ ਹੋਵੇ। ਅਸੀਂ ਕੋਈ ਚੀਜ਼ ਪਹਿਲਾਂ ਪਿਆਰੀ ਚੀਜ਼ ਵੇਖੀ, ਵੇਖ ਕੇ ਫੁਰਨਾ ਹੋਇਆ ਮੇਰੀ ਹੋਵੇ ਫਿਰ ਉਹਨੂੰ ਪਕੜਨ ਲਈ ਚੱਲ ਪਏ। ਪਰ ਤੀਸਰਾ ਜਿਹੜਾ ਗੁਣ ਹੈ ਉਹ ਪਤਾ ਕੀ ਹੈ ਜਿਹਨੂੰ ਉਪਰਤੀ ਕਹਿੰਦੇ ਆ। ਉਪਰਤ ਉਪਰਾਮਤਾ ਵੀ ਕਹਿੰਦੇ ਕਿ ਵਿਸ਼ਾ ਵੇਖਿਆ, ਵੇਖਣ ਤੋਂ ਬਾਅਦ ਇੱਛਾ ਹੀ ਨਹੀਂ ਹੋਈ ਉਹਦੇ ਬਾਰੇ ਪ੍ਰਤੀ ਕੋਈ ਫੁਰਨਾ ਹੀ ਨਹੀਂ ਹੋਇਆ ਤੇ ਨਾ ਹੀ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਹੋਈ, ਵਾਸ਼ਨਾ ਹੋਈ। ਉਹਨੂੰ ਅੰਗੀਕਾਰ ਕਰਨ ਵਾਸਤੇ ਵੀ ਮਨ ਨਹੀਂ ਕੀਤਾ। ਨਾਮ ਉਪਰਤੀ ਇਸੀ ਕੋ ਗਾਵੇ। ਇਸੇ ਨੂੰ ਮਹਾਪੁਰਸ਼ ਉਪਰਤੀ ਬੋਲਦੇ ਨੇ। ਇਹ ਉਪਰਾਮਤਾ ਵੀ ਕਹਿ ਸਕਦੇ, ਇਹਨੂੰ ਉਪਰਤੀ ਵੀ ਕਹਿੰਦੇ ਹਨ। ਸੀਤ ਊਸ਼ਨ ਆਦਿਕ ਦੁਖ ਸਾਰੇ। ਹੁਣ ਚੌਥਾ ਗੁਣ ਹੈ ਤਤਿਕਸ਼ਾ। ਉਹ ਕੀ ਹੈ? ਗਰਮੀ ਸਰਦੀ ਨੂੰ ਆਪਣੇ ਸਰੀਰ ਤੇ ਸਹਾਰ ਲਵੇ। ਇੱਕ ਸਮਾਨ ਬਿਰਤੀ। ਗਰਮੀ ਹੋਵੇ ਸਰਦੀ ਹੋਵੇ ਉਹ ਦੁੱਖ ਸੁੱਖ ਨੂੰ, ਗਰਮੀ ਸਰਦੀ ਨੂੰ, ਮੀਂਹ ਨੂੰ, ਝੱਖੜ ਨੂੰ ਆਪਣੇ ਤਨ ਤੇ ਸਹਾਰ। ਸਾਨੂੰ ਬਹੁਤੀ ਠੰਡ ਪੈਣ ਲੱਗ ਪਵੇ ਅਸੀਂ ਤਾਂ ਦੁਖੀ ਹੋ ਜਾਂਦੇ ਹਾਂ। ਗਰਮੀ ਪੈਣ ਲੱਗ ਜੇ ਤਾਂ ਕਹਿੰਦੇ ਇੰਨੀ ਗਰਮੀ ਜੀ 100 ਸਾਲ ਦਾ ਰਿਕਾਰਡ ਟੁੱਟ ਗਿਆ। ਹਰ ਸਾਲ ਹੀ 100 ਸਾਲ ਦਾ ਰਿਕਾਰਡ ਟੁੱਟਦਾ। ਕਹਿੰਦੇ ਨਹੀਂ ਹੁੰਦੇ ਜਦੋਂ ਬਹੁਤ ਗਰਮੀ ਪੈਂਦੀ ਹੈ ਤੇ ਉਦੋਂ ਕਹਿੰਦੇ ਜੀ ਪਿਛਲੇ 100 ਸਾਲਾਂ ਦਾ ਰਿਕਾਰਡ ਟੁੱਟਿਆ। ਉਸ ਤੋਂ ਪਿਛਲੇ ਸਾਲ ਜਿਹੜੀ ਗਰਮੀ ਪਈ ਸੀ ਉਦੋਂ ਵੀ 100 ਸਾਲ ਦਾ ਟੁੱਟਿਆ ਸੀ। ਠੰਡ ਪਈ ਬਹੁਤ ਜ਼ਿਆਦਾ, ਕਿਹਾ ਜੀ ਪਿਛਲੇ 100 ਸਾਲ ਦਾ ਰਿਕਾਰਡ ਟੁੱਟ ਗਿਆ, ਇੰਨੀ ਠੰਡ ਪਈ। ਇਸ ਸਾਲ ਵੀ ਹੁਣ ਪੈਣ ਲੱਗਣੀ ਹੈ ਤੇ ਹੁਣ ਫਿਰ ਕਹਿ ਦੇਣਾ ਜੀ 100 ਸਾਲ ਦਾ ਰਿਕਾਰਡ ਟੁੱਟ ਗਿਆ। ਯਾਨੀ ਕਿ ਸਰਦੀ ਪਵੇ ਅਸੀਂ ਤਾਂ ਨਹੀਂ ਖੁਸ਼, ਗਰਮੀ ਪਵੇ ਅਸੀਂ ਤਾਂ ਨਹੀਂ ਖੁਸ਼। ਜਿਹੜੀ ਤਤਿਕਸ਼ਾ ਹੈ ਉਹਦੇ ਲਈ ਗਰਮੀ ਸਰਦੀ ਦੋਵੇਂ ਇੱਕ ਸਮਾਨ ਹੈ। ਬਹੁਤ ਗਰਮੀ ਪਵੇ ਉਹ ਤਾਂ ਵੀ ਇੱਕ ਸਮਾਨ ਬਿਰਤੀ ਰੱਖਦੇ ਨੇ। ਬਹੁਤ ਜ਼ਿਆਦਾ ਸਰਦੀ ਹੋਵੇ ਤਾਂ ਵੀ ਇੱਕ ਸਮਾਨ ਬਿਰਤੀ ਰੱਖਦੇ ਨੇ। ਸਹੇ ਤਤਿਕਸ਼ਾ ਨਾਮੀ ਉਚਾਰੇ। ਉਸ ਗਰਮੀ ਸਰਦੀ ਨੂੰ ਆਪਣੇ ਤਨ ਤੇ ਸਹਿ ਲਵੇ ਨੂੰ ਤਤਿਕਸ਼ਾ ਕਹਿੰਦੇ ਹਨ। ਇਸ ਦਾ ਨਾਮ ਤਤਿਕਸ਼ਾ ਹੈ। ਇਹ ਚੌਥਾ ਗੁਣ ਹੈ। ਇਸ਼ਟ ਦੇਵ ਮੈਂ ਹਿਰਦੈ ਲਗਾਏ। ਹੁਣ ਪੰਜਵਾਂ ਗੁਣ ਜਿਹੜਾ ਖੱਟ ਸੰਪਤੀ ਵਿੱਚ 6 ਗੁਣਾਂ ਵਿੱਚ ਹੈ ਉਹ ਹੈ ਸਮਾਧਾਨ। ਉਹ ਕੀ ਹੈ? ਆਪਣੇ ਇਸ਼ਟ ਗੁਰੂ ਦੇ ਵਿੱਚ ਆਪਣਾ ਧਿਆਨ ਲਾਉਣਾ। ਇਸ਼ਟ ਦੇਵ ਮਹਿ ਹਿਰਦੈ ਲਗਾਏ। ਆਪਣੇ ਗੁਰਦੇਵ ਵਿੱਚ, ਆਪਣੇ ਇਸ਼ਟ ਦੇਵ ਦੇ ਵਿੱਚ ਆਪਣਾ ਹਿਰਦਾ ਜੋੜਨਾ। ਸਮਾਧਾਨ ਇਸ ਨਾਮ ਕਹਾਏ। ਇਸ ਨੂੰ ਸਮਾਧਾਨ ਕਹਿੰਦੇ ਨੇ। ਇਹ ਪੰਜਵਾਂ ਗੁਣ ਦੱਸਿਆ। ਆਪਣੇ ਇਸ਼ਟ ਦੇਵ ਦੇ ਵਿੱਚ ਆਪਣਾ ਹਿਰਦਾ ਜੋੜਨਾ, ਆਪਣਾ ਮਨ, ਆਪਣੀ ਸੁਰਤੀ ਆਪਣੇ ਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖਣੀ। ਇਹ ਸਮਾਧਾਨ ਪੰਜਵਾਂ ਗੁਣ ਹੈ। ਗੁਰੂ ਬਚਨ ਪਰ ਸਾਚ ਪ੍ਰਤੀਤ। ਫਿਰ ਹੈ 6ਵਾਂ ਗੁਣ ਦੱਸਦੇ ਨੇ। ਉਹ ਕੀ ਹੈ? ਆਪਣੇ ਗੁਰੂ ਦੇ ਬਚਨਾਂ ਤੇ ਸੱਚਾ ਭਰੋਸਾ ਰੱਖਣਾ। ਗੁਰੂ ਦੇ ਬਚਨਾਂ ਤੇ
ਸੱਚੀ ਪ੍ਰਤੀਤ ਰੱਖਣੀ। ਜੋ ਮੇਰੇ ਗੁਰਦੇਵ ਨੇ ਕਿਹਾ ਇਹੀ ਸੱਚ ਹੈ, ਇੰਨਾ ਭਰੋਸਾ। ਗੁਰੂ ਖਾਲਸਾ ਜੀ, ਗੁਰੂ ਪਾਤਸ਼ਾਹ ਤੋਂ ਇਲਾਵਾ ਕੋਈ ਹੋਰ ਬੋਲਦਾ ਕਹਿੰਦਾ ਹੋਵੇ, ਭਾਵੇਂ ਜੋ ਮਰਜ਼ੀ ਕਹੀ ਜਾਵੇ, ਪਰ ਸਿੱਖ ਦਾ ਪ੍ਰਪੱਕ ਨਿਸ਼ਚਾ ਜੋ ਮੇਰੇ ਗੁਰੂ ਪਾਤਸ਼ਾਹ ਨੇ ਕਿਹਾ ਇਹੀ ਸੱਤ ਹੈ, ਇਹੀ ਸੱਤ ਹੈ। ਉਹਨੂੰ ਸਾਇੰਸ ਮੰਨਦੀ ਹੈ ਕਿ ਨਹੀਂ ਮੰਨਦੀ, ਤਰਕ ਵਾਲੇ ਤਰਕ ਕਰਕੇ ਮੰਨਦੇ ਨੇ, ਨਹੀਂ ਮੰਨਦੇ, ਸਾਡੇ ਲਈ ਕੋਈ ਮਾਇਨਾ ਨਹੀਂ ਰੱਖਦੇ। ਹੋ ਗੁਰੂ ਪਾਤਸ਼ਾਹ ਦੇ ਕੀਤੇ ਬਚਨਾਂ ਤੇ ਇਹਦੀ ਵਾਸਤਵਿਕ ਰੂਪ ਦੇ ਵਿੱਚ ਪੂਰਨ ਤੌਰ ਤੇ ਨਿਸ਼ਚਾ ਰੱਖਣਾ, ਪ੍ਰਤੀਤ ਰੱਖਣੀ। ਸ਼ਰਦਾ ਨਾਮ ਕਹੇ ਸੁਧ ਚੀਤ। ਇਹ ਹੈ ਛੇਵਾਂ ਗੁਣ ਤੇ ਇਹਦਾ ਨਾਮ ਹੈ ਸ਼ਰਧਾ। ਸ਼ਰਧਾ ਇਹ ਛੇਵਾਂ ਗੁਣ, ਇਹਦਾ ਨਾਮ ਸ਼ਰਧਾ ਹੈ। ਇਹਨੂੰ ਕਹਿੰਦੇ ਸ਼ਰਧਾ। ਗੁਰੂ ਦੇ ਬਚਨਾਂ ਤੇ ਪ੍ਰਤੀਤ ਰੱਖਣੀ, ਗੁਰੂ ਦੇ ਬਚਨਾਂ ਤੇ ਭਰੋਸਾ ਰੱਖਣਾ। ਗੁਰੂ ਬਾਬਾ ਜੀ ਨੇ ਕਿਹਾ, ਰਾਤ ਦਾ ਸਮਾਂ, ਪੋਹ ਦੀਆਂ ਰਾਤਾਂ ਨੇ, ਜਾ ਪੁਰਖਾ ਚਾਦਰ ਧੋ ਤੇ ਸੁਕਾ ਕੇ ਲਿਆ। ਉੱਥੇ ਸ਼ੰਕਾ ਨਹੀਂ ਸੀ ਕੋਈ। ਬਾਬਾ ਜੀ ਹੁਣਾਂ ਨੇ ਸ਼ੰਕਾ ਕਰ ਲਿਆ ਵੀ ਪੋਹ ਦੀਆਂ ਰਾਤਾਂ ਨੇ, ਇਹਨਾਂ ਦਿਨਾਂ 'ਚ ਤਾਂ 4-4 ਦਿਨ ਨਹੀਂ ਕੱਪੜੇ ਸੁੱਕਦੇ, ਨਾਲੇ ਅੱਧੀ ਰਾਤ ਨੂੰ ਦਿਨ ਚੜੇਗਾ ਧੋ ਲਾਂਗੇ। ਪੁਰਖਾ ਬਸ ਏਦਾਂ ਹੀ ਕਿਹਾ, 7 ਬਚਨ ਕਹਿ ਕੇ ਚਲੇ ਗਏ, ਕੋਈ ਸਵਾਲ ਨਹੀਂ ਅੱਗੋਂ। ਮਹਾਰਾਜ ਵੀ ਅੱਧੀ ਰਾਤ ਨੂੰ ਧੋ ਕੇ ਸੁੱਕੇਗੀ ਕਿਵੇਂ? ਬਸ ਗੁਰੂ ਪਾਤਸ਼ਾਹ ਨੇ ਕਿਹਾ ਚੱਲ ਪਏ। ਗੁਰ ਕਹਿਆ ਸਾਕਾਰ ਕਬਾਬੋ, ਗਏ ਚਾਦਰ ਧੋਈ। ਅੱਧੀ ਰਾਤ ਦੇ ਸਮੇਂ ਕੜਕਦੀ ਧੁੱਪ ਨਿਕਲੀ, ਜੇਠ ਹਾੜ ਦੇ ਦਿਨਾਂ ਵਾਂਗੀ, ਸੁਕਾ ਕੇ ਵੀ ਲੈ ਆਏ, ਕਿਉਂਕਿ ਜਾਣਦੇ ਸੀ ਗੁਰਦੇਵ ਨੇ ਕਿਹਾ ਤੇ ਹੋਵੇਗਾ। ਇਹਨੂੰ ਕਹਿੰਦੇ ਸ਼ਰਧਾ। ਤੇ ਜਿੱਥੇ ਤਰਕ ਬਿਰਤੀ ਰੱਖਣੀ ਸੀ, ਉਹਨਾਂ ਨੇ ਕਹਿਣਾ ਇਹ ਕਿਵੇਂ ਹੋ ਸਕਦਾ ਹੈ, ਇਹ ਹੋ ਹੀ ਨਹੀਂ ਸਕਦਾ। ਆ ਪਿੱਛੇ ਜੀ ਦੀਵਾਲੀ ਤੋਂ ਅਗਲੇ ਦਿਨ ਦਰਬਾਰ ਸਾਹਿਬ ਗਏ ਅਸੀਂ, ਦੁਪਹਿਰੇ 1:30 ਵਜੇ ਦਾ ਸਮਾਂ, ਮੱਲਾ ਸੀ, ਤੇ 1:30 ਵਜੇ ਦੇ ਸਮੇਂ ਇੰਨਾ ਹਨੇਰਾ ਸੀ ਜਿਵੇਂ ਰਾਤ ਦੇ 7-8 ਵਜੇ ਹੋਣ। ਵੀ ਜੇ ਦਿਨ ਸਮੇਂ ਹਨੇਰਾ ਪੈ ਸਕਦਾ ਹੈ, ਕੁਦਰਤ ਪਾ ਸਕਦੀ ਹੈ, ਕਿ ਕੀ ਸਾਹਿਬ ਦੇ ਕੋਲੇ ਸਮਰੱਥਾ ਨਹੀਂ ਵੀ ਉਹ ਰਾਤ ਨੂੰ ਸੂਰਜ ਚਾੜ ਸਕਣ? ਸਮਰੱਥ ਨੇ। ਸਮਰੱਥ ਵਾਸਤੇ ਕੁਝ ਵੀ ਕਿਸੇ ਪ੍ਰਕਾਰ ਦਾ ਸ਼ਬਦ, ਅਸੰਭਵ ਨਾਮ ਦਾ ਸ਼ਬਦ ਨਹੀਂ ਸਮਰੱਥ ਵਾਸਤੇ। ਸਿੱਖ ਦੀ ਇਹ ਸ਼ਰਧਾ, ਛੇਵਾਂ ਗੁਣ ਸ਼ਰਧਾ, ਸਮ ਦਮ, ਫਿਰ ਅੱਗੇ ਦੱਸਿਆ ਤਤਿਕਸ਼ਾ, ਉਪਰਤੀ, ਫਿਰ ਇਸੇ ਤਰ੍ਹਾਂ ਦੱਸਿਆ ਸਮਾਧਾਨ, ਤੇ ਹੁਣ ਦੱਸਦੇ ਆ ਛੇਵਾਂ ਸ਼ਰਧਾ। ਜੋ ਗੁਰੂ ਪਾਤਸ਼ਾਹ ਨੇ ਕਿਹਾ ਉਹ ਸੱਚ ਹੈ। ਹਾਂਜੀ। ਖਸ਼ਟ ਸੰਪਦਾ ਭਨੀ ਸੁਨਾਏ। ਕਹਿੰਦੇ ਨੇ ਖੱਟ ਸੰਪਤੀ, ਖਸ਼ਟ ਸੰਪਦਾ, 6 ਗੁਣ, ਇਹਨੂੰ ਖੱਟ ਸੰਪਤੀ ਕਹਿੰਦੇ ਹਨ। ਸਾਧਨ ਤ੍ਰਿਤੀ ਹਿਰਦੇ ਹੋਏ ਆਏ। ਇਹ ਤੀਸਰਾ ਸਾਧਨ ਹੈ। ਜਿਵੇਂ ਦੱਸ ਰਹੇ ਨੇ ਨਾ, ਪਹਿਲਾਂ ਦੱਸਿਆ ਵਿਰਾਗ, ਫਿਰ ਵਿਵੇਕ, ਤੇ ਹੁਣ ਖੱਟ ਸੰਪਤੀ ਦੱਸੀ। ਇਹ ਤੀਜਾ ਸਾਧਨ ਹੈ। ਹੁਣ ਚੌਥਾ ਦੱਸਦੇ ਨੇ, ਛੁਦਤ ਤ੍ਰਿਖਤ ਕੋ ਅਨਿਆਰ ਪਾਨੀ। ਭੁੱਖੇ ਨੂੰ ਭੋਜਨ ਤੇ ਪਿਆਸੇ ਨੂੰ ਪਾਣੀ ਛਕਾਉਣਾ। ਭੁੱਖਾ ਹੋਵੇ ਉਹਨੂੰ ਭੋਜਨ ਛਕਾ ਦੇਣਾ, ਪਿਆਸਾ ਹੈ ਉਹਨੂੰ ਜਲ ਛਕਾ ਦੇਣਾ। ਇਨ ਬਿਨ ਨੈ ਪਾਵੇ ਕੁਛ ਪ੍ਰਾਨੀ। ਇਹਨਾਂ ਤੋਂ ਬਿਨਾਂ ਕੁਝ ਹੋਰ ਨਾ ਪਾਵੇ। ਵੀ ਮਨ 'ਚ ਇਹ ਹੈ ਕਿ ਮੈਂ ਕੇਵਲ ਭਲਾ ਕਰਨਾ, ਭਲੇ ਦੀ ਇੱਛਾ ਰੱਖਣੀ ਹੈ। ਹਾਂਜੀ। ਤਥਾ ਆਤਮਾ ਪ੍ਰਾਪਤ ਕਾਂਖਾ। ਉਦਾਹਰਣ ਦਿੰਦੇ ਆ, ਕਹਿੰਦੇ ਜਿਵੇਂ ਭੁੱਖੇ ਨੂੰ ਰੋਟੀ ਚੰਗੀ ਲੱਗਦੀ, ਰੋਟੀ ਬਿਨਾਂ ਉਹਨੂੰ ਨਹੀਂ ਕੋਈ ਚੰਗਾ ਲੱਗਦਾ। ਪਿਆਸੇ ਨੂੰ ਪਾਣੀ ਚੰਗਾ ਲੱਗਦਾ, ਉਹਦੇ ਅੱਗੇ ਪਾਣੀ ਹੋਵੇ ਉਹਨੇ ਪਾਣੀ ਪੀਣਾ। ਉਹਨੂੰ ਜੇ ਕਹੋ ਵੀ ਭਾਈ ਤੂੰ ਰਹਿਣ ਦੇ, ਪਾਣੀ ਰਹਿਣ ਦੇ, ਤੂੰ ਕੋਈ ਹੋਰ ਸ਼ੈ ਲੈ ਲੈ, ਉਹ ਕਹੇਗਾ ਨਾ ਮੈਂ ਮਰ ਚੱਲਿਆ, ਮੈਨੂੰ ਪਾਣੀ ਚਾਹੀਦਾ। ਉਹ ਪਾਣੀ ਬਿਨਾਂ ਫਿਰ ਹੋਰ ਨਹੀਂ ਕੁਝ ਉਹਨੂੰ ਚੰਗਾ ਲੱਗਦਾ। ਪਿਆਸੇ ਨੂੰ, ਭੁੱਖੇ ਨੂੰ ਰੋਟੀ ਬਿਨਾਂ ਨਹੀਂ ਕੋਈ ਚੰਗਾ ਲੱਗਦਾ। ਏਦਾਂ ਜਿਨ੍ਹਾਂ ਨੂੰ ਆਤਮਾ ਦੇ ਸਰੂਪ ਤੋਂ ਬਿਨਾਂ ਕੁਝ ਹੋਰ ਚੰਗਾ ਹੀ ਨਾ ਲੱਗੇ, ਵੀ ਮੈਨੂੰ ਆਤਮਾ ਦਾ ਸਰੂਪ ਪ੍ਰਾਪਤ ਹੋਵੇ,
ਤਥਾ ਆਤਮਾ ਪ੍ਰਾਪਤ ਕਾਂਖਾ, ਆਪਣੇ ਨਿਜ ਆਤਮਾ ਦੇ ਸਰੂਪ ਨੂੰ ਪ੍ਰਾਪਤ ਕਰਨ ਦੀ ਕਾਂਖਾ ਰੱਖਣੀ, ਉਹਦੇ ਤੋਂ ਬਿਨਾਂ ਕੁਝ ਹੋਰ ਭਾਉਣਾ ਹੀ ਨਾ। ਨਾਮ ਮਮੁਖਤਾ ਇਸ ਕੋ ਭਾਖਾ, ਇਹਨੂੰ ਕਹਿੰਦੇ ਨੇ ਮਮੁਖਤਾ, ਜਿਹਦਾ ਨਾਮ ਮਮੋਕਸ਼ੂ ਵੀ ਹੈ। ਇਹ ਚੌਥਾ ਸਾਧਨ ਹੈ ਕਿ ਆਤਮਾ ਦੇ ਸਰੂਪ ਨੂੰ ਉਹਨੂੰ ਪ੍ਰਾਪਤ ਕਰਨ ਤੋਂ ਬਿਨਾਂ ਹੋਰ ਕੋਈ ਕਾਂਖਾ ਹੀ ਨਾ ਹੋਣੀ। ਜਿਵੇਂ ਭੁੱਖੇ ਨੂੰ ਰੋਟੀ ਬਿਨਾਂ ਹੋਰ ਕੋਈ ਕਾਂਖਾ ਨਹੀਂ, ਇਸੇ ਤਰ੍ਹਾਂ ਆਤਮਾ ਦੇ ਸਰੂਪ ਨੂੰ ਪ੍ਰਾਪਤ ਕੀਤੇ ਉਹ ਕਰਨ ਦੀ ਕਾਂਖਾ ਹੋਣੀ, ਹੋਰ ਕੁਝ ਪਾਉਣਾ ਹੀ ਨਾ। ਇਹਨੂੰ ਮਮੋਕਸ਼ੂ ਕਹਿੰਦੇ ਨੇ। ਚੌਥਾ ਸਾਧਨ ਦੱਸਿਆ ਹੈ ਜਿਹੜਾ ਅਧਿਕਾਰੀ ਵਿੱਚ ਹੁੰਦਾ ਹੈ। ਜਬ ਇਹ ਚਾਰੋਂ ਸਾਧਨ ਪਾਏ, ਜਦੋਂ ਇਹ ਚਾਰੇ ਸਾਧਨ ਕਿਸੇ ਅਧਿਕਾਰੀ ਵਿੱਚ ਹੁੰਦੇ ਨੇ, ਸਤਿਗੁਰ ਸ਼ਰਨ ਰਹੇ ਅਧਿਕਾਏ, ਇਹ ਚਾਰਾਂ ਸਾਧਨਾਂ ਦੇ ਸਹਿਤ ਹੋ ਕੇ ਫਿਰ ਸਿੱਖ ਗੁਰੂ ਦੀ ਸ਼ਰਨ 'ਚ ਰਹੇ ਤਾਂ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਚਾਰ ਸਾਧਨ ਇਹਨਾਂ ਦੇ ਸਹਿਤ ਹੋ ਕੇ। ਹੁਣ ਇਹ ਤੁਸੀਂ ਵੇਖ ਲਓ ਵੀ ਸਾਡੇ ਵਿੱਚ ਆਪਣੇ ਵਿਸ਼ਲੇਸ਼ਣ ਕਰੀਏ, ਆਤਮ ਚਿੰਤਨ ਕਰੀਏ ਵੀ ਚਾਰਾਂ 'ਚ ਕੋਈ ਇੱਕ ਅੱਧਾ ਵੀ ਹੈ ਸਾਡੇ 'ਚ। ਇਹ ਅਸੀਂ ਆਪ ਆਪਣੇ ਹਿਰਦੇ 'ਚ ਵੇਖਣਾ। ਤੇ ਜਿਨ੍ਹਾਂ ਹਿਰਦਿਆਂ ਵਿੱਚ ਚਾਰੇ ਹੀ ਹੋਣ ਉਹ ਪੂਰਨ ਸਿੱਖ ਗੁਰੂ ਸ਼ਰਨ 'ਚ ਆ ਜਾਵੇ, ਫਿਰ ਸਤਿਗੁਰਾਂ ਦੀ ਸ਼ਰਨ 'ਚ ਰਹੇ। ਫਿਰ ਪੁੱਛਿਆ ਜੀ ਗੁਰੂ ਕਿਹੋ ਜਿਹਾ ਹੋਵੇ? ਗੁਰੂ ਸ਼ਰਨ 'ਚ ਆ ਗਏ, ਫਿਰ ਹੁਣ ਗੁਰੂ ਕੈਸਾ ਹੁੰਦਾ ਉਹਦੇ ਬਾਰੇ ਵੀ ਸੁਣੋ ਜੀ। ਬ੍ਰਹਮਨੇਸ਼ਟੀ ਤੇ ਬ੍ਰਹਮ ਸ਼ਰੋਤਰੀ ਗੁਰੂ, ਗੁਰੂ ਹੁੰਦਾ ਜਿਹੜਾ ਬ੍ਰਹਮਨੇਸ਼ਟੀ ਤੇ ਬ੍ਰਹਮ ਸ਼ਰੋਤਰੀ ਹੋਵੇ। ਹੁਣ ਬ੍ਰਹਮਨੇਸ਼ਟੀ ਬ੍ਰਹਮ ਸ਼ਰੋਤਰੀ ਕੀ ਹੈ ਉਹ ਦੱਸਦੇ ਹਨ। ਸ਼ਰੋਤਰੀ ਬ੍ਰਹਮਨਿਸ਼ਟੀ ਗੁਰ ਪੂਰਾ, ਕਹਿੰਦੇ ਜਿਹੜਾ ਬ੍ਰਹਮਨੇਸ਼ਟੀ ਔਰ ਬ੍ਰਹਮ ਸ਼ਰੋਤਰੀ ਦੋਵੇਂ ਹੋਵੇ ਉਹ ਪੂਰਾ ਗੁਰੂ ਹੈ। ਜਿਹਦੇ 'ਚ ਬ੍ਰਹਮਨੇਸ਼ਟੀ ਵੀ ਹੋਵੇ ਬ੍ਰਹਮ ਸ਼ਰੋਤਰੀ ਵੀ ਹੋਵੇ ਉਹ ਪੂਰਾ ਗੁਰੂ ਹੈ। ਤਿਸ ਤੇ ਲਹੇ ਪਰਮ ਪਦ ਸੂਰਾ, ਐਸੇ ਪੂਰੇ ਗੁਰੂ ਕੋਲੋਂ ਸਿੱਖ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਮੁਕਤੀ ਦੀ ਪ੍ਰਾਪਤੀ ਹੁੰਦੀ, ਜਿਹੜਾ ਐਸਾ ਗੁਰੂ ਹੋਵੇ, ਬ੍ਰਹਮਨੇਸ਼ਟੀ ਔਰ ਬ੍ਰਹਮ ਸ਼ਰੋਤਰੀ ਗੁਰੂ ਹੋਵੇ। ਕੇਵਲ ਸ਼ਰੋਤਰੀ ਤੇ ਕਲਿਆਣ, ਹੁਣ ਜੇ ਕੱਲਾ ਸ਼ਰੋਤਰੀ ਹੋਵੇ, ਸ਼ਰੋਤਰੀ ਦਾ ਮਤਲਬ ਵੀ ਜਿਹਨੇ ਕੇਵਲ ਗਿਆਨ ਦੇ ਗ੍ਰੰਥ ਪੜ੍ਹੇ ਹੋਣ, ਵਿਦਿਆ ਪੜ੍ਹੀ ਹੋਵੇ, ਸ਼ਾਸਤਰ ਪੜ੍ਹੇ ਹੋਣ, ਸਾਰੇ ਸ਼ਾਸਤਰਾਂ ਦਾ ਅਧਿਐਨ ਕੀਤਾ ਹੋਵੇ, ਉਹਨੂੰ ਸਾਰਾ ਗਿਆਨ ਹੋਵੇ ਸ਼ਾਸਤਰਾਂ ਧਰਮ ਗ੍ਰੰਥਾਂ ਦਾ, ਉਹਨੂੰ ਕਹਿੰਦੇ ਨੇ ਬ੍ਰਹਮ ਸ਼ਰੋਤਰੀ। ਜਿਹੜਾ ਕੱਲਾ ਬ੍ਰਹਮ ਸ਼ਰੋਤਰੀ ਗੁਰੂ ਹੈ ਉਹ ਆਪਣੇ ਸਿੱਖ ਦੀ ਕਲਿਆਣ ਨਹੀਂ ਕਰ ਸਕਦਾ। ਜਿਹੜਾ ਕੱਲਾ ਬ੍ਰਹਮ ਸ਼ਰੋਤਰੀ ਹੋਵੇ ਵੀ ਜਿਹਨੇ ਕੇਵਲ ਗ੍ਰੰਥ ਪੜ੍ਹੇ ਨੇ, ਵਿਦਿਆ ਪੜ੍ਹੀ ਹੈ, ਸ਼ਾਸਤਰ ਪੜ੍ਹੇ ਨੇ, ਵੇਦ ਪੜ੍ਹੇ ਨੇ, ਪਰ ਅੰਦਰ ਸਾਖਸ਼ਾਤਕਾਰ ਨਹੀਂ ਹੋਇਆ, ਬਸ ਪੜ੍ਹੇ ਨੇ, ਏਦਾਂ ਦਾ ਜਿਹੜਾ ਗੁਰੂ ਹੁੰਦਾ ਹੈ ਉਹਦੇ ਕੋਲੋਂ ਸਿੱਖ ਦੀ ਕਲਿਆਣ ਨਹੀਂ ਹੋ ਸਕਦੀ। ਪਾਏ ਗਿਆਨ ਨ ਹੋਵੇ ਦੁਖ ਹਾਨ, ਕਿਉਂਕਿ ਉਹਦੇ ਕੋਲੋਂ ਨਾ ਸਿੱਖ ਨੂੰ ਗਿਆਨ ਹਾਸਲ ਹੋਣਾ, ਤਤਵ ਗਿਆਨ, ਕਿਉਂਕਿ ਪ੍ਰੈਕਟੀਕਲ ਨਹੀਂ ਹੈ ਉਹਦੇ ਕੋਲ। ਉਹਦੇ ਕੋਲ ਤਾਂ ਕੇਵਲ ਥਿਊਰੀ ਹੈ, ਉਹਨੇ ਪੜ੍ਹੀ ਹੈ, ਪ੍ਰੈਕਟੀਕਲ ਉਹਦਾ ਹੈ ਹੀ ਨਹੀਂ। ਇਸ ਕਰਕੇ ਉਹਦੇ ਕੋਲੋਂ ਸਿੱਖ ਨੂੰ ਨਾ ਗਿਆਨ ਪ੍ਰਾਪਤ ਹੋਣਾ ਤੇ ਨਾ ਹੀ ਉਹਦੀ ਕਲਿਆਣ ਹੋਣੀ। ਜਿਹੜਾ ਕੱਲਾ ਬ੍ਰਹਮ ਸ਼ਰੋਤਰੀ ਗੁਰੂ ਹੋਵੇ, ਕੇਵਲ ਬ੍ਰਹਮਨਿਸ਼ਟ ਥੇ ਨਾਹੀ, ਫਿਰ ਜੇ ਕੱਲਾ ਬ੍ਰਹਮਨਿਸ਼ਟੀ ਹੋਵੇ, ਜਿਹਨੇ ਸ਼ਾਸਤਰ ਕੋਈ ਵਿਦਿਆ ਦੇ ਗ੍ਰੰਥ ਨਹੀਂ ਜਾਣਦਾ, ਜਿਹਨੇ ਪੜ੍ਹੇ ਹੀ ਨਾ ਹੋਣ, ਕੱਲਾ ਬ੍ਰਹਮਨਿਸ਼ਟੀ ਹੋਵੇ, ਉਹ ਵੀ ਆਪਣੇ ਸਿੱਖ ਦੀ ਕਲਿਆਣ ਨਹੀਂ ਕਰ ਸਕਦਾ। ਇਸ ਪਰ ਜੁਗਤ ਸੁਨੋ ਸ਼ਰੁਤੀ ਮਾਈ, ਕਿਉਂਕਿ ਬ੍ਰਹਮਨਿਸ਼ਟੀ ਨਾ ਹੋਣ, ਬ੍ਰਹਮਨਿਸ਼ਟੀ ਤਾਂ ਹੈ ਪਰ ਬ੍ਰਹਮ ਸ਼ਰੋਤਰੀ ਨਹੀਂ ਹੈ, ਉਹ ਆਪਣੇ ਸਿੱਖਾਂ ਦਾ ਸ਼ੰਕਾ ਕਿਵੇਂ ਕੱਟੇਗਾ? ਜੋ ਵਿਦਵਾਨ ਹੋਵੇਗਾ ਤਦੇ ਸਿੱਖਾਂ ਦੇ ਸੰਸੇ ਦੀ ਨਿਵਰਤੀ ਕਰੇਗਾ ਨਾ। ਤੇ ਬ੍ਰਹਮਨਿਸ਼ਟੀ ਆਪ ਤਾਂ ਤਰ ਜਾਏਗਾ, ਜਿਵੇਂ ਡੰਡਾ ਤਰ ਤਾਂ ਜਾਂਦਾ ਆਪ, ਪਰ ਕਿਸੇ ਦੂਜੇ ਨੂੰ ਤਾਂ ਨਹੀਂ ਤਾਰ ਸਕਦਾ। ਜਿਹੜਾ ਬ੍ਰਹਮਨਿਸ਼ਟੀ ਆ ਉਹ ਡੰਡੇ ਵਾਂਗੂ ਤਰ ਜਾਏਗਾ ਪਾਣੀ ਤੇ, ਜਿਵੇਂ ਡੰਡਾ ਤਰ ਜਾਂਦਾ, ਪਰ ਕਿਸੇ ਦੂਜੇ ਨੂੰ ਨਹੀਂ ਤਾਰ ਸਕਦਾ। ਤਾਰੇਗਾ ਕੌਣ? ਜਿਹੜਾ ਬ੍ਰਹਮਨਿਸ਼ਟੀ ਔਰ ਬ੍ਰਹਮ ਸ਼ਰੋਤਰੀ ਦੋਵੇਂ ਹੋਵੇ, ਉਹ ਜਹਾਜ਼ ਬਣ ਜਾਂਦਾ, ਉਹ ਆਪ ਤਰਦਾ, ਨਾਲ ਆਪਣੇ ਤੇ ਬੈਠਣ ਵਾਲਿਆਂ ਨੂੰ ਵੀ ਸਵਾਰ ਕਰਕੇ ਪਾਰ ਕਰ ਦਿੰਦਾ ਹੈ। ਕੱਲਾ ਬ੍ਰਹਮਨਿਸ਼ਟੀ ਵੀ ਆਪਣੇ ਸੇਵਕ ਦੀ ਕਲਿਆਣ ਨਹੀਂ ਕਰ ਸਕਦਾ। ਇਹਦੇ ਬਾਰੇ ਵੀ ਸੁਣੋ ਭਾਈ। ਵੇਦ ਸ਼ਾਸਤਰ ਸਭ ਹੀ ਪੜ ਲਿਓ, ਕਹਿੰਦੇ ਹੁਣ ਬ੍ਰਹਮ ਸ਼ਰੋਤਰੀ ਜਿਹੜਾ ਹੈ ਉਹਨੇ ਵੇਦ ਸ਼ਾਸਤਰ ਧਰਮ ਗ੍ਰੰਥ ਸਾਰੇ ਪੜ ਲਏ। ਬ੍ਰਹਮ ਸਾਖਿਆਤਕਾਰ ਨ ਭਇਓ, ਉਹਦੇ ਅੰਦਰ ਜਿਹੜਾ ਬ੍ਰਹਮ ਸੀ ਉਹ ਸਾਖਸ਼ਾਤਕਾਰ ਨਹੀਂ ਹੋਇਆ, ਬਸ ਪੜਿਆ ਬ੍ਰਹਮ ਬਾਰੇ ਪਰ ਅੰਦਰੋਂ ਸਾਖਸ਼ਾਤਕਾਰ ਨਹੀਂ ਹੋਇਆ। ਸੋ ਸ਼ਰੋਤਰੀ ਸੰਸੇ ਕਰ ਦੂਰ, ਇਹੋ ਜਿਹਾ ਜਿਹੜਾ ਸ਼ਰੋਤਰੀ ਗੁਰੂ ਹੁੰਦਾ ਹੈ ਬ੍ਰਹਮ ਸ਼ਰੋਤਰੀ, ਉਹ ਕੇਵਲ ਆਪਣੇ ਸਿੱਖਾਂ ਦੇ ਸੰਸੇ ਤਾਂ ਦੂਰ ਕਰ ਸਕਦਾ ਹੈ,
ਉਹਨਾਂ ਦੇ ਸੰਦੇਹ ਵੀ ਜੋ ਸਵਾਲ ਕਰਨਗੇ ਉਹਨਾਂ ਦੇ ਜਵਾਬ ਦੇ ਸਕਦਾ ਹੈ। ਹੋਏ ਨਾ ਅਨੁਭਵ ਆਤਮ ਪੂਰੇ, ਪਰ ਉਹਦੇ ਅੰਦਰ ਅਨੁਭਵ ਨਹੀਂ ਹੁੰਦਾ ਆਤਮਾ ਦਾ, ਆਪਣੇ ਸਰੂਪ ਦਾ ਅਨੁਭਵ ਨਹੀਂ ਹੁੰਦਾ। ਹੁਣ ਅਨੁਭਵ ਤੋਂ ਬਿਨਾਂ ਉਹ ਗ੍ਰੰਥਾਂ ਵਿੱਚੋਂ ਪੜ੍ਹ ਕੇ ਜਵਾਬ ਤਾਂ ਦੇ ਦੇਗਾ, ਪਰ ਆਪਣਾ ਅਨੁਭਵ ਨਹੀਂ ਹੁੰਦਾ ਉਹਦੇ ਕੋਲ। ਸਰਤਾ ਪਾਰ ਉਤਰਨੇ ਹਾਰ, ਉਹ ਆਪ ਤਾਂ ਦਰਿਆ ਤੋਂ ਨਦੀ ਤੋਂ ਪਾਰ ਉਤਰਨ ਵਾਲਾ ਹੋ ਸਕਦਾ, ਪਰ ਆਪਣੇ ਨਾਲ ਸੇਵਕ ਨੂੰ ਨਹੀਂ ਤਾਰ ਸਕਦਾ। ਆਏ ਪਿਖਿਓ ਅੰਧਾ ਕਰਨ ਧਾਰ, ਕਹਿੰਦੇ ਹੁਣ ਕੀ ਹੋਇਆ ਵੀ ਕੋਈ ਅੰਨਾ ਸੀ, ਅੰਨਾ ਮਲਾਹ ਸੀ। ਹੁਣ ਅੰਨੇ ਮਲਾਹ ਦੇ ਕੋਲ ਕਿਸ਼ਤੀ ਵੀ ਹੈਗੀ ਹੈ, ਚੱਪੂ ਵੀ ਹੈਗਾ, ਕੋਈ ਚਲਾ ਗਿਆ ਉਹਦੇ ਕੋਲ ਯਾਤਰੂ ਵੀ ਮੈਨੂੰ ਨਦੀ ਪਾਰ ਕਰਾਣੀ। ਹੁਣ ਅੰਨੇ ਮਲਾਹ ਨੂੰ ਕਿਵੇਂ ਉਹ ਪਾਰ ਕਰਾਵੇ? ਚੱਪੂ ਵੀ ਹੈ, ਕਿਸ਼ਤੀ ਵੀ ਹੈ, ਪਰ ਦਿਸਦਾ ਕੋਈ ਨਹੀਂ। ਇਸੇ ਤਰ੍ਹਾਂ ਜਿਹੜਾ ਬ੍ਰਹਮ ਸ਼ਰੋਤਰੀ ਹੈ ਉਹ ਅੰਨੇ ਮਲਾਹ ਵਾਂਗੂ ਗੁਰੂ ਹੈ, ਅੰਨਾ ਮਲਾਹ ਹੋ ਗਿਆ ਵੀ ਉਹਦੇ ਕੋਲ ਚੱਪੂ ਵੀ ਹੈ, ਸਾਰੇ ਸਵਾਲਾਂ ਦੇ ਜਵਾਬ ਵੀ ਨੇ, ਪਰ ਉਹਨੇ ਆਪ ਬ੍ਰਹਮ ਵੇਖਿਆ ਨਹੀਂ, ਸਾਖਸ਼ਾਤਕਾਰ ਨਹੀਂ ਕੀਤਾ। ਇਸ ਕਰਕੇ ਅੰਨਾ ਮਲਾਹ ਕਦੇ ਬੇੜੀ ਨੂੰ ਪਾਰਲੇ ਪਾਸੇ ਨਹੀਂ ਲਿਜਾ ਸਕਦਾ। ਹਾਂਜੀ, ਪਾਰ ਕਰਾਰ ਦ੍ਰਿਸ਼ਟ ਨੇ ਆਵੇ, ਉਹਨੂੰ ਪਾਰਲੇ ਪਾਸੇ ਉਰਲੇ ਪਾਸੇ ਦਿਸਦਾ ਹੀ ਨਹੀਂ ਹੈ ਕੁਝ, ਨਾ ਉਰਲਾ ਪਾਸਾ ਦਿਸਦਾ ਨਾ ਪਾਰਲਾ ਪਾਸਾ ਦਿਸਦਾ। ਆਪ ਤਰੇ ਨੇ ਅਪਰ ਤਰਾਵੇ, ਨਾ ਆਪ ਤਰ ਸਕਦਾ ਨਾ ਕਿਸੇ ਦੂਜੇ ਨੂੰ ਤਾਰ ਸਕਦਾ। ਦੂਜੇ ਨੂੰ ਕੀ ਤਾਰਨਾ, ਉਹ ਤਾਂ ਵਿਚਾਰਾ ਆਪ ਵੀ ਨਹੀਂ ਤਰ ਸਕਦਾ। ਪਿੰਗ ਗੁੰਗ ਹੈ ਕੇਵਟ ਦੂਜਾ, ਤੇ ਦੂਜਾ ਜਿਹੜਾ ਮਲਾਹ ਜਿਹਨੂੰ ਬ੍ਰਹਮ ਨੇਸ਼ਟੀ ਗੁਰੂ ਕਿਹਾ, ਉਹ ਕਿਸ ਤਰ੍ਹਾਂ ਦੇ ਮਲਾਹ ਵਾਂਗੂ ਹੈ? ਜਿਵੇਂ ਕੋਈ ਮਲਾਹ ਅੰਨਾ ਹਾਂਜੀ ਦੁਬਾਰਾ ਪੜ੍ਹੀਏ। ਪਿੰਗ ਗੁੰਗ ਹੈ ਕੇਵਟ ਦੂਜਾ, ਉਹਨੂੰ ਦਿਸਦਾ ਤਾਂ ਹੈ ਪਰ ਉਹ ਕੰਨਾਂ ਤੋਂ ਬੋਲਾ ਔਰ ਮੂੰਹ ਤੋਂ ਪੈਰਾਂ ਤੋਂ ਵੀ ਪਿੰਗਲਾ ਹੈ। ਮੂੰਹ ਤੋਂ ਗੂੰਗਾ ਤੇ ਪੈਰਾਂ ਤੋਂ ਪਿੰਗਲਾ, ਨਾ ਉਹ ਮੂੰਹੋਂ ਬੋਲ ਸਕਦਾ ਨਾ ਪੈਰਾਂ ਨਾਲ ਚੱਲ ਸਕਦਾ। ਇੰਨਾ ਜ਼ਰੂਰ ਆ ਵੀ ਉਹਦੇ ਕੋਲ ਅੱਖਾਂ ਹਨ, ਕਿਉਂਕਿ ਉਹਨੇ ਬ੍ਰਹਮ ਵੇਖ ਲਿਆ। ਗੂੰਗਾ ਇਸ ਕਰਕੇ ਆ ਸਿੱਖ ਨੇ ਜਿਹੜਾ ਸਵਾਲ ਕਰਨਾ ਉਹਨੂੰ ਜਵਾਬ ਨਹੀਂ ਦੇ ਸਕਣਾ ਉਹਨੇ। ਹੁਣ ਉਹ ਭਾਵੇਂ ਮੂੰਹ ਤੋਂ ਗੂੰਗਾ ਤੇ ਪੈਰਾਂ ਤੋਂ ਪਿੰਗਲਾ, ਪਰ ਉਹਦੇ ਆਪਣੇ ਹੱਥ ਹਨ, ਉਹ ਆਪ ਤਾਂ ਤਰ ਜਾਏਗਾ, ਪਰ ਆਪਣੇ ਨਾਲ ਜਿਹੜਾ ਕੋਈ ਸਵਾਰ ਬੈਠਾ ਉਹਨੂੰ ਨਹੀਂ ਤਾਰ ਸਕੇਗਾ। ਉਹ ਕਿਉਂ ਨਹੀਂ ਤਾਰ ਸਕੇਗਾ? ਕਿਉਂਕਿ ਉਹ ਕੋਈ ਜਵਾਬ ਨਹੀਂ ਦੇ ਸਕੇਗਾ ਉਹਨਾਂ ਦੇ ਸਵਾਲਾਂ ਦੇ, ਉਹ ਕਿਸੇ ਦੂਸਰੇ ਨੂੰ ਤਰਨ ਦੀ ਸਿੱਖਿਆ ਨਹੀਂ ਦੇ ਸਕੇਗਾ, ਆਪ ਤਰ ਜਾਏਗਾ। ਹਾਂਜੀ, ਸੋ ਪੀ ਮਿਲੇ ਨ ਕਾਰਜ ਪੂਜਾ, ਇਸ ਕਰਕੇ ਜਿਹੜਾ ਕੱਲਾ ਬ੍ਰਹਮ ਨਿਸ਼ਟੀ ਮਿਲ ਜਾਏ, ਜਿਹਨੇ ਬ੍ਰਹਮ ਸਾਖਸ਼ਾਤਕਾਰ ਕਰ ਲਿਆ, ਉਹ ਵੀ ਸਾਡੇ ਕਾਰਜ ਪੂਰੇ ਨਹੀਂ ਕਰ ਸਕਦਾ। ਬ੍ਰਹਮ ਨਿਸ਼ਟੀ ਤੋਂ ਕਿਮ ਹੋਏ ਗਇਓ, ਕਹਿੰਦੇ ਉਹ ਬ੍ਰਹਮ ਨਿਸ਼ਟੀ ਤਾਂ ਕਿਸੇ ਤਰੀਕੇ ਨਾਲ ਹੋ ਗਿਆ, ਉਹਨੂੰ ਬ੍ਰਹਮ ਸਾਖਸ਼ਾਤਕਾਰ ਹੋ ਗਿਆ। ਵੇਦ ਸ਼ਾਸਤਰ ਕੋ ਲਖਤ ਨ ਭਇਓ, ਉਹਨੇ ਧਰਮ ਗ੍ਰੰਥ ਨਹੀਂ ਪੜ੍ਹੇ, ਉਹਨੇ ਕੋਈ ਸ਼ਾਸਤਰ ਨਹੀਂ ਪੜ੍ਹੇ, ਸਿੱਖਾਂ ਦੇ ਸਵਾਲਾਂ ਦੇ ਜਵਾਬ ਕਿਵੇਂ ਦੇਗਾ? ਸੋ ਪੀ ਦੇ ਨ ਸਕਈ ਸ਼ਰੇ, ਉਹ ਵੀ ਸ਼ਰੇ ਨਹੀਂ ਦੇ ਸਕੇਗਾ, ਕਲਿਆਣ ਨਹੀਂ ਕਰ ਸਕੇਗਾ ਆਪਣੇ ਸਿੱਖ ਦੀ। ਕਹਿ ਬੇ ਕੀ ਸਮਰੱਥ ਨ ਜੇ, ਕਿਉਂਕਿ ਉਹ ਗੂੰਗਾ ਮਲਾਇਆ, ਬੋਲ ਹੀ ਨਹੀਂ ਸਕਦਾ, ਕਹਿਣ ਦੀ ਸਮਰੱਥਾ ਹੀ ਨਹੀਂ ਉਹਦੇ ਕੋਲ। ਆਪ ਤਰਨ ਕੋ ਸਮਰੱਥ ਦੋ, ਹੁਣ ਉਹ ਆਪ ਤਰਨ ਦੇ ਤਾਂ ਸਮਰੱਥ ਹਨ, ਅਪਰ ਤਰਾਏ ਸਕੇ ਨ ਕੋ, ਪਰ ਕਿਸੇ ਦੂਜੇ ਨੂੰ ਨਹੀਂ ਤਰਾ ਸਕਦੇ। ਜਾਂ ਤੇ ਸੁਨੋ ਖਾਲਸਾ ਸ਼੍ਰੋਣ, ਭਾਈ ਦਇਆ ਸਿੰਘ ਜੀ ਕਹਿੰਦੇ ਇਸ ਕਰਕੇ ਖਾਲਸਾ ਜੀ ਸੁਣੋ ਧਿਆਨ ਨਾਲ। ਹਮਰੇ ਗੁਰੂ ਸਕਲ ਗੁਣ ਪਾਉਣ, ਕਹਿੰਦੇ ਜਿਹੜੇ ਸਾਡੇ ਸਤਿਗੁਰੂ ਜੀ ਨੇ ਨਾ ਕਲਗੀਧਰ, ਉਹ ਬ੍ਰਹਮ ਨੇਸ਼ਟੀ ਵੀ ਨੇ ਤੇ ਬ੍ਰਹਮ ਸ਼ਰੋਤਰੀ ਵੀ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਡੇ ਗੁਰੂ ਪਾਤਸ਼ਾਹ ਧੰਨ ਨੇ, ਜਿਹੜਾ ਸਵਾਲ ਕਰਨੇ ਉਹਦਾ ਜਵਾਬ ਵੀ ਦਿੰਦੇ ਆ, ਤੇ ਫਿਰ ਆਪ ਉਹਨਾਂ ਦੇ ਅੰਦਰ ਬ੍ਰਹਮ ਦਾ ਗਿਆਨ ਵੀ ਹੈ, ਆਪ ਹੀ ਬ੍ਰਹਮ ਸਰੂਪ ਨੇ ਉਹ ਤਾਂ। ਇਸ ਕਰਕੇ ਸਾਡੇ ਸਤਿਗੁਰੂ ਜੀ ਜੋ ਹਨ ਖਾਲਸਾ ਜੀ, ਉਹ ਬ੍ਰਹਮ ਨੇਸ਼ਟੀ ਵੀ ਨੇ ਔਰ ਬ੍ਰਹਮ ਸ਼ਰੋਤਰੀ ਵੀ ਨੇ, ਯਾਨੀ ਕਿ ਪੂਰੇ ਗੁਰੂ ਨੇ। ਇਹ ਪੂਰੇ ਗੁਰੂ ਦੀ ਪਰਿਭਾਸ਼ਾ ਦੱਸੀ ਹੈ ਕਿ ਪੂਰਾ ਗੁਰੂ ਉਹ ਹੁੰਦਾ ਜਿਹੜਾ ਬ੍ਰਹਮ ਨੇਸ਼ਟੀ ਔਰ ਬ੍ਰਹਮ ਸ਼ਰੋਤਰੀ ਹੋਵੇ। ਸ਼ਰੋਤਰੀ ਬ੍ਰਹਮ ਨਿਸ਼ਟੀ ਹਿਤਕਾਰੀ, ਕਹਿੰਦੇ ਜਿਹੜਾ ਬ੍ਰਹਮ ਨੇਸ਼ਟੀ ਬ੍ਰਹਮ ਸ਼ਰੋਤਰੀ ਗੁਰੂ ਹੈ, ਉਹੀ ਆਪਣੇ ਸੇਵਕਾਂ ਦਾ ਹਿਤੈਸ਼ੀ ਹੈ, ਭਲਾ ਕਰਨੇ ਵਾਲਾ ਹੈ। ਕਰੇ ਕਿਰਪਾ ਤੇ ਸ਼੍ਰੇ ਹਮਾਰੀ, ਸਾਡੇ ਸਤਿਗੁਰੂ ਕਲਗੀਧਰ ਜੀ ਐਸੇ ਗੁਰੂ ਨੇ, ਉਹ ਸਾਡੇ ਤੇ ਕਿਰਪਾ ਕਰਕੇ ਸਾਡੀ ਕਲਿਆਣ ਕਰਨਗੇ।
ਆਪ ਤਰੇ ਨੇ ਔਰ ਸਾਨੂੰ ਤਾਰਨਗੇ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਐਸੇ ਗੁਰ ਕੋ ਬਲ ਬਲ ਜਾਈਐ, ऐसे गुर को बल बल जाइए, 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 ऐसे गुर को बल बल जाइए। आप मुकत मोहि तारै, आप मुकत मोहि तारै, आप मुकत मोहि तारै, आप मुकत मोहि तारै। ਭਾਈ ਦਇਆ ਸਿੰਘ ਜੀ ਕਹਿੰਦੇ ਖਾਲਸਾ ਜੀ ਸਾਡੇ ਸਤਿਗੁਰੂ ਜੀ ਐਸੇ ਹਨ, इष्ट देव पी एही हमारे, ਇਹੀ ਸਾਡੇ ਇਸ਼ਟ ਨੇ, ਇਹੀ ਸਾਡੇ ਇਸ਼ਟ ਦੇਵ ਨੇ। सतगुर रूप प्रतापी भारे, ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਮਹਾਨ ਪ੍ਰਤਾਪੀ ਸਵਰੂਪ ਹੈ। आए जगत पति के अवतार, ਇਹ ਆਪ ਅਕਾਲ ਪੁਰਖ ਦਾ ਅਵਤਾਰ ਨੇ ਖਾਲਸਾ ਜੀ, ਖੁਦ ਨਿਰੰਕਾਰ ਨੇ ਕਲਗੀਆਂ ਵਾਲੇ ਪਾਤਸ਼ਾਹ। चार पद चार पदार्थ देते उदार, ਚਾਰੇ ਪਦਾਰਥ ਦੇਂਦਿਆਂ ਦੇਰੀ ਨਹੀਂ ਲਾਉਂਦੇ, ਸਤਿਗੁਰੂ ਐਸੇ ਉਦਾਰ ਹਨ। इनकी शरण न त्यागन जोग, ਇਹਨਾਂ ਦੀ ਸ਼ਰਨ ਨਹੀਂ ਤਿਆਗਣੀ ਖਾਲਸਾ ਜੀ ਕਦੇ ਵੀ, ਇਹਨਾਂ ਦੀ ਸ਼ਰਨ ਚੋਂ ਕਦੇ ਬਾਹਰ ਨਹੀਂ ਜਾਣਾ। ग्रस्त भोग में देते जोग, ਇਹ ਸਾਨੂੰ ਗ੍ਰਸਤੀਆਂ ਨੂੰ ਭੋਗੀਆਂ ਨੂੰ ਵੀ ਯੋਗ ਬਖਸ਼ਣ ਵਾਲੇ ਨੇ। ਗ੍ਰਸਤ ਤੇ ਭੋਗ ਦੇ ਵਿੱਚ ਸਾਨੂੰ ਯੋਗ ਪ੍ਰਦਾਨ ਕਰਨ ਵਾਲੇ ਹਨ। निज करुणा बल ते कल्याण, ਆਪਣੀ ਕਰੁਣਾ ਦੇ ਬਲ ਨਾਲ ਸਾਡੀ ਕਲਿਆਣ ਕਰਦੇ ਨੇ। देत सिख और ब्रह्म ज्ञान, ਆਪਣੇ ਸਿੱਖ ਦੇ ਹਿਰਦੇ 'ਚ ਬ੍ਰਹਮ ਗਿਆਨ ਬਖਸ਼ਦੇ ਨੇ ਸਤਿਗੁਰੂ ਜੀ। 10 पातशाह इसी विध पाए, ਦਸੇ ਪਾਤਸ਼ਾਹ ਇਸੇ ਪ੍ਰਕਾਰ ਹਨ। कोटन सिख उदाहरण कहे, ਇਹਨਾਂ ਨੇ ਕਰੋੜਾਂ ਸਿੱਖਾਂ ਦਾ ਉਧਾਰ ਕੀਤਾ ਹੈ। गुरु रूप होए हरे अवतार, ਗੁਰੂ ਰੂਪ ਹਨ, ਹਰੀ ਦਾ ਅਵਤਾਰ ਹਨ। तुमको प्राप्त पए उदार, ਔਰ ਇਹ ਆਪਾਂ ਨੂੰ ਪ੍ਰਾਪਤ ਹੋਏ ਨੇ ਗੁਰੂ ਰੂਪ 'ਚ ਖਾਲਸਾ ਜੀ, ਸਾਡੇ ਵੱਡੇ ਭਾਗ ਹਨ। भले भाग अपने मन जानो, ਉਹ ਕਦੇ ਆਪਣੇ ਭਾਗ ਮਾੜੇ ਨਹੀਂ ਸਮਝਣੇ ਵੀ ਸਾਡੇ ਤਾਂ ਭਾਗ ਮਾੜੇ ਆ ਜੀ, ਨਾ ਬਈ ਸਾਡੇ ਤਾਂ ਭਾਗ ਹੀ ਬੜੇ ਚੰਗੇ ਆ, ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਦੇ ਰੂਪ ਵਿੱਚ ਪ੍ਰਾਪਤ ਹੋਏ ਹਨ। इनको संग सदा तुम ठानो, ਇਹਨਾਂ ਦਾ ਹਮੇਸ਼ਾ ਸੰਗ ਕਰਨਾ, ਸਦਾ ਇਹਨਾਂ ਦੀ ਸੰਗਤ ਕਰਨੀ ਹੈ। तन मन अर्पो बन कर दास, ਇਹਨਾਂ ਦੇ ਦਾਸ ਬਣ ਕੇ ਇਹਨਾਂ ਦੇ ਚਰਨਾਂ 'ਚ ਆਪਣਾ ਤਨ ਮਨ ਅਰਪਣਾ ਹੈ। जग सागर उबरो अन्यास, ਇਹ ਤਾਂ ਤੁਸੀਂ ਬਿਨਾਂ ਕਿਸੇ ਪ੍ਰयास ਤੋਂ ਨਿਰਯਤਨ ਜਗਤ ਤੋਂ ਤਰ ਜਾਓਗੇ। दोहरा गुरु ऐसे सतगुर पास ते, लहत जीव कल्याण। ਕਹਿੰਦੇ ਐਸੇ ਸਤਿਗੁਰੂ ਜੀ ਦੇ ਪਾਸੋਂ ਜੀਵਾਂ ਨੂੰ ਕਲਿਆਣ ਪ੍ਰਾਪਤ ਹੁੰਦੀ ਹੈ। जस देखत अधिकारी जन, तस उपदेश बखान। ਸਿੱਖੋ ਜਿਹੜਾ ਪੂਰਾ ਗੁਰੂ ਹੁੰਦਾ ਨਾ, ਉਹ ਆਪਣੀ ਸ਼ਰਨ 'ਚ ਅਧਿਕਾਰੀ ਪ੍ਰਤੀ ਉਪਦੇਸ਼ ਦਿੰਦਾ। ਜੈਸੀ ਅਵਸਥਾ ਦਾ ਕੋਈ ਅਧਿਕਾਰੀ ਹੁੰਦਾ ਹੈ, ਉਹਨੂੰ ਵੈਸਾ ਉਪਦੇਸ਼ ਗੁਰੂ ਪਾਤਸ਼ਾਹ ਦਿੰਦੇ ਨੇ। ਜੈਸੀ ਅਵਸਥਾ ਕਿਸੇ ਦੀ ਹੁੰਦੀ, ਉਹਨੂੰ ਉਦਾਂ ਦਾ ਉਪਦੇਸ਼ ਬਖਸ਼ਦੇ ਹਨ। ਚੌਪਈ ਖਟ ਗੁਣ ਸਹਿਤ ਗੁਰੂ ਭਗਵਾਨ। 6 ਗੁਣਾਂ ਦੇ ਸਹਿਤ ਸਤਿਗੁਰੂ ਜੀ ਪੂਰਨ ਹਨ। ਜਿਵੇਂ ਪਰਮੇਸ਼ਰ 'ਚ 6 ਗੁਣ ਨੇ, ਇਹ 6 ਗੁਣਾਂ ਦੇ ਸਹਿਤ ਹਨ। ਜਥਾ ਵਿਸ਼ਨ ਕੇ ਮੈਦ ਮਹਾਨ। ਇਹ ਵਿਸ਼ਨੂੰ ਆਦਿਕ 33 ਕਰੋੜ ਦੇਵੀ ਦੇਵਤੇ ਜਿਤਨੇ ਨੇ ਸਾਰਿਆਂ ਤੋਂ ਵੱਡੇ ਹਨ।
ਇਹਨਾਂ ਜੈਸਾ ਕੋਈ ਨਹੀਂ, ਇਹ ਸਭ ਤੋਂ ਵੱਡੇ ਹਨ। ਜਾਂ ਤੇ ਨਿਜ ਸ਼ਕਤੀ ਤੇ ਲਖੈ, ਇਹ ਆਪਣੀ ਨਿਜ ਸ਼ਕਤੀ ਨਾਲ ਹੀ ਆਪਣੇ ਆਪ ਨੂੰ ਲਖਦੇ ਨੇ, ਜਾਣਦੇ ਨੇ। ਗੁਣ ਅਵਗੁਣ ਜਗਿਆਸੀ ਬਿਖੇ, ਇਹ ਆਪਣੀ ਸ਼ਕਤੀ ਨਾਲ ਆਪਣੇ ਜਗਿਆਸੂ ਦੀ, ਜਿਹੜਾ ਉਹਨਾਂ ਦੀ ਸ਼ਰਨ ਆਉਂਦਾ ਸਿੱਖ, ਉਹਦੀ ਜਗਿਆਸਾ ਨੂੰ, ਉਹਦੇ ਗੁਣਾ ਔਗੁਣਾ ਨੂੰ ਆਪ ਵੇਖ ਕੇ ਹੀ ਪਰਖ ਲੈਂਦੇ ਆ। ਇੰਨੇ ਸ਼ਕਤੀਸ਼ਾਲੀ ਨੇ ਸਾਡੇ ਸਤਿਗੁਰੂ। ਜਦੋਂ ਕੋਈ ਸੇਵਕ ਸਿੱਖ ਸਾਹਿਬ ਦੀ ਸ਼ਰਨ ਆਉਂਦਾ ਤਾਂ ਉਹ ਵੇਖ ਲੈਂਦੇ ਆ, ਵੇਖਦੇ ਆ, ਪਰਖ ਲੈਂਦੇ ਆ ਵੀ ਇਹਦੇ ਚ ਕੀ ਔਗਣ ਹੈ, ਕੀ ਗੁਣ ਹੈ। ਜਥਾ ਜਰਾ ਹੋਤ ਮਤਵੰਤਾ, ਜਿਵੇਂ ਕੋਈ ਜਰਾਹ ਹੁੰਦੇ ਨੇ ਨਾ ਪੁਰਾਣੇ, ਅੱਜ ਕੱਲ ਜਿਵੇਂ ਆਪਰੇਸ਼ਨਾਂ ਵਾਲੇ ਡਾਕਟਰ ਹੁੰਦੇ ਆ, ਪਹਿਲਾਂ ਇਹਨਾਂ ਨੂੰ ਜਰਾਹ ਕਿਹਾ ਜਾਂਦਾ ਸੀ। ਇਹਨਾਂ ਦਾ ਕੰਮ ਹੁੰਦਾ ਸੀ ਸੀਵਣ ਲਾਣੀ, ਤੋਪੇ ਲਾਉਣੇ, ਜ਼ਖਮ ਵਗੈਰਾ ਸੀਵਣੇ। ਤੋ ਇਸ ਪ੍ਰਕਾਰ ਕਹਿੰਦੇ ਜਿਵੇਂ ਕੋਈ ਜਰਾਹ ਹੁੰਦਾ ਹੈ, ਕਾਵ ਮਜਾਰ ਵਿਕਾਰ ਲਹੰਤਾ, ਉਹ ਚੰਗਾ ਸਿਆਣਾ ਜਿਹੜਾ ਜਰਾਹ ਹੁੰਦਾ ਉਹ ਜ਼ਖਮ ਨੂੰ ਚੰਗੀ ਤਰ੍ਹਾਂ ਵੇਖਦਾ, ਉਹਦੀ ਚੰਗੀ ਤਰ੍ਹਾਂ ਪਰਖ ਕਰਦਾ ਹੈ, ਵੇਖ ਕੇ ਚੰਗੀ ਤਰ੍ਹਾਂ ਤੋ ਮੇਲਨ ਔਖਦ ਨੇ ਲਾਵੇ। ਤੇ ਕਹਿੰਦੇ ਜਦੋਂ ਉਹਦੇ ਵਿੱਚ ਉਹ ਵਿਕਾਰ ਵੇਖਦਾ ਨਾ ਵੀ ਇਹਦੇ ਚ ਹੱਡੀ ਟੁੱਟੀ ਹੋਈ ਹੈ ਜਾਂ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਹੈ, ਕੰਕਰ ਰਹਿ ਗਈ ਹੈ, ਉਹ ਤੋਂ ਜ਼ਖਮ ਤੋਪੇ ਨਹੀਂ ਲਾਉਂਦਾ। ਪਹਿਲਾਂ ਉਹਦੇ ਉੱਤੋਂ ਔਖਦੀ ਨਹੀਂ ਲਾਉਂਦਾ, ਨਾ ਹੀ ਉਹਨੂੰ ਤੋਪੇ ਲਾਉਂਦਾ। ਮੇਲੇ ਤੇ ਨਸੂਰ ਰਹਿ ਜਾਵੇ, ਜੇ ਉੱਤੋਂ ਬੰਨ ਦੇ ਹੱਡੀ ਵਿੱਚ ਟੁੱਟੀ ਹੋਵੇਗੀ, ਉਹਦਾ ਨਸੂਰ ਬਣ ਜਾਏਗਾ ਅੰਦਰ, ਉਹਦੇ ਨਾਲ ਅੰਦਰ ਜਿਹੜਾ ਉਹ ਨਸੂਰ ਬਣ ਜਾਏਗਾ। ਟੂਟਿਓ ਅਸਤੀ ਆਦ ਵਿਕਾਰ, ਪਹਿਲਾਂ ਜੇ ਕੋਈ ਹੱਡੀ ਦਾ ਕੋਈ ਮਾੜਾ ਮੋਟਾ ਟੋਟਾ ਟੁੱਟ ਕੇ ਵੱਖਰਾ ਹੋਇਆ ਹੋਵੇ, ਉਹਨੂੰ ਪਹਿਲਾਂ ਚੰਗੀ ਤਰ੍ਹਾਂ ਬਾਹਰ ਕੱਢਦਾ, ਨਹੀਂ ਤਾਂ ਵਿੱਚ ਰੜਕਦਾ ਰਹੇਗਾ। ਉਹਨੂੰ ਪਹਿਲਾਂ ਬਾਹਰ ਕੱਢ ਦਿੰਦਾ ਹੈ, ਤੇ ਜਿਹੜੀ ਹੱਡੀ ਆ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਮੇਲਦਾ ਹੈ। ਤਿਸ ਕੋ ਪੂਰਬ ਲੇਤ ਨਿਕਾਰ, ਟੁੱਟੇ ਹੋਏ ਹਿੱਸੇ ਨੂੰ ਪਹਿਲਾਂ ਬਾਹਰ ਕੱਢ ਲੈਂਦਾ ਹੈ। ਉਹਨੇ ਕਾਵ ਮੇਲਤ ਸੁਖ ਦੇਤ, ਉਹ ਜ਼ਖਮ ਨੂੰ ਤੋਪੇ ਲਾ ਕੇ ਸੀਵਦਾ, ਫਿਰ ਉਹ ਹੱਡੀ ਵੀ ਚੰਗੀ ਤਰ੍ਹਾਂ ਵਿੱਚ ਦੁਬਾਰਾ ਬਣ ਜਾਂਦੀ, ਜੁੜ ਜਾਂਦੀ ਹੈ, ਔਰ ਜ਼ਖਮ ਵੀ ਠੀਕ ਹੋ ਜਾਂਦਾ ਹੈ। ਕਾਚ ਜਰਾ ਹੋਤ ਦੁਖ ਹੇਤ, ਜਿਹੜਾ ਕੋਈ ਕੱਚਾ ਪਿੱਲਾ ਜਰਾ ਹੁੰਦਾ ਹੈ, ਉਹ ਵੇਖਦਾ ਨਹੀਂ ਚੰਗੀ ਤਰ੍ਹਾਂ, ਉਹਨੇ ਵੇਖਿਆ ਉੱਤੇ ਉੱਤੇ ਜ਼ਖਮ ਹੈ, ਉੱਤੋਂ ਹੀ ਤੋਪੇ ਲਾ ਦਿੱਤੇ। ਹਿਮ ਹਮਰੇ ਸਤਿਗੁਰ ਗੁਣਵੰਤੇ, ਅੰਦਰ ਦਰਦ ਦਿੰਦੀ, ਤਕਲੀਫ ਦਿੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰਨ ਜਰਾਹ ਨੇ, ਉਹ ਵੇਖਦੇ ਆਪਣੀ ਸ਼ਰਨ ਆਏ ਸਿੱਖ ਨੂੰ ਵੀ ਇਹਦੇ ਅੰਦਰ ਕੀ ਵਿਕਾਰ ਹੈ, ਇਹਦੇ ਅੰਦਰ ਕਿਹੜਾ ਔਗਣ, ਤੇ ਉਹ ਕਿਵੇਂ ਦੂਰ ਹੋ ਸਕਦਾ, ਇਹਨੂੰ ਕੀ ਉਪਦੇਸ਼ ਦਿਆਂ, ਇਹਦੇ ਲਈ ਕੀ ਅਧਿਕਾਰੀ ਹੈ, ਕਿਸ ਅਵਸਥਾ ਦਾ ਅਧਿਕਾਰੀ ਹੈ, ਇਹਨੂੰ ਕੀ ਉਪਦੇਸ਼ ਦੇਣਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਪਹਿਲਾਂ ਵੇਖ ਕੇ ਪਰਖ ਕੇ ਫਿਰ ਉਪਦੇਸ਼ ਦਿੰਦੇ ਨੇ। ਸਿੱਖ ਕੋ ਨੀਕੀ ਬਿਦ ਪਰਖੰਤੇ, ਆਪਣੇ ਸਿੱਖ ਨੂੰ ਚੰਗੀ ਤਰ੍ਹਾਂ ਪਹਿਲਾਂ ਪਰਖ ਲੈਂਦੇ ਨੇ, ਵੇਖ ਲੈਂਦੇ ਨੇ, ਪਰਖ ਕੇ ਵੇਖ ਲੈਂਦੇ ਵੀ ਇਹਦਾ ਕੀ ਲੈਵਲ ਹੈ, ਇਹਨੂੰ ਕੀ ਉਪਦੇਸ਼ ਦੇਣਾ। ਇਹ ਨਹੀਂ ਵੀ ਜੇ ਨਰਸਰੀ ਦਾ ਬੱਚਾ ਉਹਨੂੰ ਐਮਏ ਦੀ ਪੜ੍ਹਾਈ ਨਹੀਂ ਸਮਝ ਆਉਣੀ, ਐਮਏ ਵਾਲੇ ਨੂੰ ਨਰਸਰੀ ਪੜ੍ਹਾਉਣ ਲੱਗ ਪਓ ਤਾਂ ਉਹਦੇ ਲਈ ਹਾਸੋਹੀਣੀ ਗੱਲ ਹੋ ਜਾਂਦੀ ਹੈ। ਪਹਿਲਾਂ ਚੰਗੀ ਤਰ੍ਹਾਂ ਉਹਨੂੰ ਵੇਖ ਲੈਂਦੇ ਆ ਵੀ ਇਹ ਅਧਿਕਾਰੀ ਕਿਸ ਅਵਸਥਾ ਦਾ ਹੈ, ਇਹਦੀ ਸ਼ੁਰੂਆਤ ਪਿਛਲੇ ਜਨਮ ਦੀ ਵੀ ਕਮਾਈ ਵੇਖ ਲੈਂਦੇ ਵੀ ਹੈ ਉਹ ਵੀ ਨਾਲ ਜੁੜੀ, ਕਈ ਵਾਰੀ ਬਿਲਕੁਲ ਹੀ ਨਵਾਂ ਹੁੰਦਾ ਹੈ। ਇਸ ਕਰਕੇ ਉਹਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ। ਗੁਰਬਾਣੀ ਵਿੱਚ ਅਧਿਕਾਰੀ ਪ੍ਰਤੀ ਉਪਦੇਸ਼ ਮਿਲਦਾ। ਕਈ ਥਾਵਾਂ ਤੇ ਬਿਲਕੁਲ ਸ਼ੁਰੂਆਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਾਰੰਭਤਾ ਕਿੱਥੋਂ ਹੁੰਦੀ ਹੈ? ਪ੍ਰਾਰੰਭਤਾ ਭਾਈ ਤੁਸੀਂ ਕਰਮ ਕਰੋ, ਇਸ਼ਨਾਨ ਪਾਨ ਕਰੋ, ਦਾਨ ਪੁੰਨ ਵੀ ਕਰੋ, ਬਾਣੀ ਵੀ ਪੜੋ, ਸੇਵਾ ਕਰੋ। ਜਲ ਢੋਣ ਦੀ ਸੇਵਾ ਦੀ ਗੱਲ ਆਈ ਹੈ। ਹੁਣ ਉਹਦੇ ਵਾਸਤੇ ਉਹ ਸ਼ੁਰੂਆਤ ਹੈ, ਉਹਨੂੰ ਉੱਥੋਂ ਹੀ ਚੱਲਣਾ ਪਏਗਾ। ਇੱਕ ਆਤਮ ਗਿਆਨ ਦੇ ਵਿੱਚ ਟਿਕਿਆ ਹੋਇਆ, ਉਹਨੂੰ ਕਿਹਾ ਤੂੰ ਰਾਮ ਕੀ ਅੰਸ਼ ਹੈ, ਤੂੰ ਜੋਤ ਸਵਰੂਪ ਹੈ। ਜੋ ਹੋਇਆ ਹੀ ਜੋਤ ਸਵਰੂਪ, ਨਿਰਾਕਾਰ ਦਾ ਸਵਰੂਪ ਹੋ ਗਿਆ ਹੈ। ਉਹ ਹੁਣ ਉਹਦੇ ਲਈ ਉਹ ਕਰਮ ਵਿਹਿਤ ਨਹੀਂ ਰਹੇ ਜਿਹੜੇ ਪਹਿਲਾਂ ਕਰਨੇ ਸਨ। ਉਹਦੇ ਲਈ ਪਰ ਉਹ ਫਿਰ ਵੀ ਕਰਦੇ ਨੇ ਤਾਂ ਜੋ ਉਹਨਾਂ ਨੂੰ ਵੇਖ ਕੇ ਅੱਗੇ ਸੰਗਤ ਕਰੇ, ਸਿੱਖ ਕਰਨ। ਇਸ ਕਰਕੇ ਅਧਿਕਾਰੀ ਪ੍ਰਤੀ ਉਪਦੇਸ਼ ਆ। ਇੱਕ ਲਈ ਪਾਪ ਪੁੰਨ ਕਹਾਵਤ ਨੇ, ਇੱਕ ਲਈ ਹੁਣ ਸਾਡੇ ਲਈ ਤਾਂ ਪਾਪ ਪੁੰਨ ਦੋਵੇਂ ਹੀ ਨੇ, ਪਰ ਇੱਕ ਬ੍ਰਹਮ ਗਿਆਨ ਦੀ ਅਵਸਥਾ, ਉਹਦੇ ਵਾਸਤੇ ਪਾਪ ਪੁੰਨ ਦੋਵੇਂ ਇੱਕ ਸਮਾਨ ਹੋ ਗਏ ਨੇ। ਹੁਣ ਆਪਾਂ ਕੀ ਕਰਨੇ ਆ? ਕਹਿੰਦੇ ਆ ਜੀ ਨਰਕ ਸੁਰਗ ਹੈ ਹੀ ਨਹੀਂ। ਜਿਹੜਾ ਪਾਪੀ ਪੁੰਨੀ ਆ ਉਹਦੇ ਲਈ ਨਰਕ ਵੀ ਆ, ਸਵਰਗ ਵੀ ਹੈ। ਪਰ ਜਿਹੜਾ ਪਾਪ ਪੁੰਨ ਤੋਂ ਰਹਿਤ ਹੋ ਕੇ ਉੱਪਰਲੀ ਅਵਸਥਾ ਤੇ ਪਹੁੰਚ ਗਿਆ, ਉਹਦੇ ਲਈ ਨਾ ਨਰਕ ਹੈ ਤੇ ਨਾ ਸਵਰਗ ਹੈ। ਇਸ ਕਰਕੇ ਅਧਿਕਾਰੀ ਪ੍ਰਤੀ ਉਪਦੇਸ਼ ਹੈ। ਅੱਜ ਕੱਲ ਤਾਂ ਸਾਰੇ ਖੋਤੇ ਘੋੜੇ ਇੱਕੋ ਹੀ ਰਾਹ ਬਣਾ ਦਿੱਤੇ ਜਾਂਦੇ ਹੈ। ਉਹ ਜਿਹੜਾ ਉਹਨਾਂ ਵਾਸਤੇ ਮਹਾਪੁਰਸ਼ਾਂ ਵਾਲੇ ਭਾਵਨਾ ਵਾਲੀ ਉੱਪਰਲੀ ਖੇਡ ਦੇ ਬਚਨ ਨੇ, ਉਹ ਸਾਰਿਆਂ ਉੱਤੇ ਹੀ ਲਾਗੂ ਕਰੀ ਜਾਂਦੇ ਆ। ਭਾਈ ਇੱਕ ਹਾਲੇ ਟੁਰਿਆ, ਇੱਕ ਪਹੁੰਚ ਗਿਆ ਹੈ।
ਜਿਹੜਾ ਪਹੁੰਚ ਗਿਆ ਉਹਦੇ ਵਾਸਤੇ ਪ੍ਰਸਥਿਤੀਆਂ ਹੋਰ ਨੇ, ਜਿਹੜਾ ਹਾਲੇ ਟੁਰਿਆ ਉਹਦੇ ਲਈ ਪ੍ਰਸਥਿਤੀਆਂ ਹੋਰ ਨੇ। ਦੋਨਾਂ ਦੀਆਂ ਪ੍ਰਸਥਿਤੀਆਂ, ਮੈਂ ਹਾਲੇ ਇੱਥੇ ਬੈਠਾ, ਇੱਕ ਇੱਥੋਂ ਚੱਲ ਕੇ ਦਿੱਲੀ ਮੋਰਚੇ ਤੇ ਪਹੁੰਚ ਗਏ ਆ, ਉਹਨਾਂ ਦੀਆਂ ਉੱਥੇ ਪ੍ਰਸਥਿਤੀਆਂ ਵੱਖਰੀਆਂ ਨੇ, ਮੇਰੀਆਂ ਵੱਖਰੀਆਂ ਨੇ। ਮੈਂ ਹਾਲੇ ਤੂੰ 200 ਕਿਲੋਮੀਟਰ ਦਾ ਪੈਂਡਾ ਤੈਅ ਕਰਨਾ, ਰਸਤੇ 'ਚ ਕੀ ਕੀ ਹੋਣਾ ਉਹ ਵੱਖਰੇ ਵਾ। ਕਹਿਣ ਤੋਂ ਭਾਵ ਹਰ ਇੱਕ ਦੀ ਪ੍ਰਸਥਿਤੀ ਦੇ ਮੁਤਾਬਕ, ਉਹਦੀ ਅਵਸਥਾ ਦੇ ਮੁਤਾਬਕ ਉਪਦੇਸ਼ ਹੈ। ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੀ ਜੋ ਪਵਿੱਤਰ ਬਾਣੀ ਹੈ, ਉਹ ਪਹਿਲਾਂ ਅਵਸਥਾ ਵੇਖਦੇ ਹੈ। ਅਵਸਥਾ ਦਾ ਕਿਵੇਂ ਪਤਾ ਲੱਗਦਾ ਵੀ ਅਸੀਂ ਕਿਸ ਅਵਸਥਾ ਦੇ ਅਧਿਕਾਰੀ ਹਾਂ, ਉਹ ਵੀ ਅੱਗੇ ਕਥਾ ਆ ਰਹੀ ਹੈ, ਅਗਲਿਆਂ ਪ੍ਰਸੰਗਾਂ 'ਚ ਆਪ ਜੀ ਸਰਵਣ ਕਰੋਗੇ ਕਿ ਕਿਵੇਂ ਜਾਣੀਏ ਕਿ ਅਸੀਂ ਕਿਸ ਅਵਸਥਾ ਦੇ ਅਧਿਕਾਰੀ ਹਾਂ। ਸਾਡੇ ਲਈ ਸੇਵਾ ਵਿਹਿਤ ਹੈ ਪਹਿਲਾਂ, ਫਿਰ ਉਪਾਸ਼ਨਾ ਹੈ, ਪਹਿਲਾਂ ਕਰਮ ਹੈ, ਫਿਰ ਉਪਾਸ਼ਨਾ ਹੈ, ਫਿਰ ਇਸੇ ਤਰ੍ਹਾਂ ਫਿਰ ਗਿਆਨ ਹੈ। ਅਸੀਂ ਕਰਮ ਕਾਂਡ ਦੇ ਅਧਿਕਾਰੀ ਹਾਂ, ਉਪਾਸ਼ਨਾ ਕਾਂਡ ਦੇ ਅਧਿਕਾਰੀ ਹਾਂ, ਜਾਂ ਫਿਰ ਗਿਆਨ ਕਾਂਡ ਦੇ ਅਧਿਕਾਰੀ ਹਾਂ। ਉਹ ਅਸੀਂ ਆਪ ਆਪਣੇ ਹਿਰਦੇ 'ਚ ਸਵੈ ਵਿਵੇਚਨ ਕਰਕੇ ਵੇਖਣਾ, ਜਿਸ ਨੂੰ ਸਵੈ ਅਧਿਆਇ ਕਹਿੰਦੇ ਹਨ। ਉਹ ਆਪਣੇ ਨਿਜ ਆਤਮੇ ਵਿੱਚ ਅਸੀਂ ਕਰਨਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਸਾਡੀ ਗਾਵਿਆ ਸੁਣਿਆ ਸਾਡਾ ਥਾਂ ਪਵੇ। ਗੁਰੂ ਪਾਤਸ਼ਾਹ ਸਾਡੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਲਾ ਲੈਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੁਰਨ ਹੈ ਸਰਬ ਮੈਂ, ਪੰਜਨ ਗੁਣ ਹੇ ਤਾ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੀ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਪੀਓਣ ਹਾਰ, ਹੇ ਸੰਤਹਿ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮਦਾਨ, ਰਾਖੋ ਹੀ ਐ ਪਰੋਏ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।